ਸੰਘਰਸ਼ ਪਹਿਲਾਂ ਕਰਦੇ ਆਏ ਆ। ਅਸੀਂ ਉਹ ਲੋਕ ਆ ਜਿਹੜੇ ਦਰੀਆਂ ਵਿਛਾ ਕੇ ਇਨਸਾਫ ਲੈ ਕੇ ਆਏ ਆ। ਤਾਂ ਜੇ ਅਸੀਂ ਵਿਧਾਨ ਸਭਾ ਦੇ ਵਿੱਚ ਹੁੰਦੇ, ਸਾਨੂੰ ਲੋੜ ਜਿੱਥੇ ਪਈ, ਤਾਂ ਸ਼ਾਇਦ ਇਹ ਕਾਲੇ ਬਿੱਲ ਨਾ ਹੀ ਆਉਂਦੇ, ਤਾਂ ਸ਼ਾਇਦ ਸਾਡੇ ਜਿਹੜੇ 750 ਦੇ ਕਰੀਬ ਸ਼ਹੀਦ ਹੋਏ ਆ, ਸ਼ਾਇਦ ਉਹ ਨਾ ਹੁੰਦੇ। ਕਿਉਂਕਿ ਇਸ ਵੇਲੇ ਤੁਹਾਡੇ ਸਾਹਮਣੇ ਉਹ ਕੈਂਡੀਡੇਟ ਨੇ ਜਿਹੜੇ ਹੈਟ੍ਰਿਕ ਕਰ ਚੁੱਕੇ ਨੇ। ਉਹ ਕਹਿੰਦੇ ਇਸ ਹਲਕੇ ਦੇ ਵਿੱਚ ਮੇਰੀ ਹੈਟ੍ਰਿਕ ਹੋਊਗੀ, ਕਰੀਅਰ ਦੇ ਵਿੱਚ ਤੇ ਹੈਟ੍ਰਿਕ ਹੋਊਗੀ ਹੈ। ਉਹ ਕਹਿੰਦੇ ਮੈਂ ਤੀਜੀ ਵਾਰ ਇਸ ਹਲਕੇ ਤੋਂ ਚੋਣ ਜਿੱਤ ਕੇ ਵਿਧਾਨ ਸਭਾ ਜਾਂਦਾ ਨਜ਼ਰ ਆਊਂਗਾ। ਉਹ ਕਹਿੰਦੇ ਮੈਂ ਵਿਕਾਸ ਦਾ ਏਜੰਡਾ ਲੈ ਕੇ ਆਇਆ, ਕਰੋੜੋਂ ਰੁਪਇਆ ਮੈਂ ਵਿਕਾਸ ਦਾ ਇਸ ਹਲਕੇ ਦੇ ਵਿੱਚ ਲਾਇਆ। ਹੋਰ ਕਈ ਵੱਡੇ ਮਸਲੇ ਨੇ ਜਿਸ ਨੂੰ ਲੈ ਕੇ ਲੋਕਾਂ ਦੇ ਵਿੱਚ ਉਹ ਵਿਚਰਦੇ ਨਜ਼ਰ ਆ ਰਹੇ ਨੇ। ਕਿੰਨੀ ਵੱਡੀ ਚੁਣੌਤੀ ਹੈ। ਮੈਨੂੰ ਇੱਕ ਕੋਈ ਕਹਿੰਦਾ 40 ਲੱਖ ਰੁਪਇਆ ਹੀ ਮਿਲਿਆ ਇਲੈਕਸ਼ਨ ਕਮਿਸ਼ਨ ਵੱਲੋਂ। ਮੈਂ ਕਿਹਾ ਜੀ ਹੋ ਸਕਦਾ ਅਸੀਂ 10 12 15 ਲੱਖ 'ਚ ਇਲੈਕਸ਼ਨ ਲੜ ਜਾਈਏ, ਜਿਹੜਾ ਬਾਕੀ 25 ਲੱਖ ਬਚਦਾ ਉਹ ਵੀ ਉਹਨਾਂ ਦੂਜੇ ਕੈਂਡੀਡੇਟ ਨੂੰ ਦੇ ਦਿਓ, ਕਿਉਂਕਿ ਉਹਨਾਂ ਨੇ ਤਾਂ ਕਹਿ ਰਹੇ 10 ਕਰੋੜ ਲਾਉਣਾ, 15 ਲਾਉਣਾ। ਅਸੀਂ ਪੈਸੇ ਨਾਲ ਜਿਹੜੀ ਸਿਆਸਤ ਹੁੰਦੀ ਸੀ ਉਹਨੂੰ ਤੋੜਨ ਆਏ ਆ। ਦੂਜੇ ਪਾਸੇ ਸਵਾਲ ਵੀ ਆਹੀ ਲੋਕ ਕਰ ਰਹੇ ਨੇ। ਪ੍ਰਚਾਰ ਦੇ ਦੌਰਾਨ ਵੀ ਤੁਹਾਨੂੰ ਤਿੱਖੇ ਸਵਾਲ ਹੋਏ ਨੇ ਕਿ ਤੁਸੀਂ ਸੰਘਰਸ਼ ਦਾ ਹਿੱਸਾ ਸੀ, ਤੁਸੀਂ ਹੁਣ ਪਾਰਟੀ ਬਣਾ ਕੇ ਖੁਦ ਨੇਤਾ ਬਣ ਗਏ ਹੋ, ਤੇ ਇਹਨਾਂ ਲੋਕਾਂ ਨੂੰ ਇਨਸਾਫ ਕੌਣ ਦਿਵਾਊਗਾ? ਇੱਕ ਤਾਂ ਮੈਂ ਆਮ ਕਿਸਾਨ ਵਾਂਗੂ ਜਾਂ ਆਮ ਲੋਕਾਂ ਵਾਂਗੂ ਦਰੀ ਵਿਛਾ ਕੇ ਇਨਸਾਫ ਮੰਗਦਾ। ਦੂਸਰੇ ਪਾਸੇ ਮੈਂ ਵਿਧਾਇਕ ਬਣ ਕੇ ਵਿਧਾਨ ਸਭਾ ਦੇ ਵਿੱਚ ਬੈਠਾ, ਉਦੋਂ ਇਨਸਾਫ ਵਧੀਆ ਦਵਾ ਸਕੂੰਗਾ ਕਿ ਦਰੀ ਵਿਛਾ ਕੇ। ਬਰਾੜ ਸਾਹਿਬ, ਇਹ ਕਿਹਾ ਜਾਂਦਾ ਸਿਸਟਮ ਦੇ ਬਾਹਰ ਰਹਿ ਕੇ ਸਿਸਟਮ ਨੂੰ ਬਦਲਣ ਦੀ ਜਿਹੜੀਆਂ ਗੱਲਾਂ ਕਰਦੇ ਨੇ ਨਾ, ਜਦ ਉਹ ਸਿਸਟਮ ਦਾ ਹਿੱਸਾ ਹੋ ਜਾਂਦੇ ਨੇ ਉਹ ਸਿਸਟਮ ਨਾਲ ਹੀ ਬਦਲ ਜਾਂਦੇ ਨੇ। ਜੇ ਐਂ ਚੱਲਦਾ ਰਿਹਾ, ਜੇ ਉਹੀ ਦਾਦੇ ਪੋਤੇ ਵਾਲੀ ਸਿਆਸਤ ਚੱਲਦੀ ਰਹੀ, ਤਾਂ ਉਹੀ ਰਿਵਾਜ ਚੱਲਦੇ ਰਹਿਣੇ। ਕਿਉਂਕਿ ਉਹ ਕਰਦੇ ਇਨਵੈਸਟਮੈਂਟ, ਉਹਨਾਂ ਦਾ ਬਿਜ਼ਨਸ ਹੈ। ਪਹਿਲਾਂ ਇਨਵੈਸਟਮੈਂਟ ਕਰੋ, 5 ਸਾਲ ਉਹਦਾ ਪ੍ਰੋਫਿਟ ਖਾਓ। ਆਮ ਆਦਮੀ ਪਾਰਟੀ ਸਭ ਤੋਂ ਵੱਧ ਐਲੀਗੇਸ਼ਨਾਂ ਕੀਤੇ ਲਾ ਰਹੀ ਹੈ ਸਾਡੇ ਤੇ। ਕੇਜਰੀਵਾਲ ਆਪ ਮੰਨਿਆ ਵੀ ਸਾਡਾ ਵੋਟ ਬੈਂਕ ਟੁੱਟ ਰਿਹਾ। ਦੂਸਰੀ ਗੱਲ, ਸਾਡੀ ਪਾਰਟੀ ਪਹਿਲਾਂ ਹੀ ਰਜਿਸਟਰ ਹੋ ਜਾਣੀ ਸੀ, ਉਹਨਾਂ ਨੇ ਵਕੀਲ ਖੜੇ ਕਰਕੇ ਸਾਡੀ ਪਾਰਟੀ ਰਜਿਸਟਰ ਨਹੀਂ ਹੋਣ ਦਿੱਤੀ। ਸਾਡੇ ਲਈ ਨਵੀਆਂ ਚੀਜ਼ਾਂ ਸੀ, ਸਾਨੂੰ ਤਾਂ ਦਬਾਉਣ ਦੀ ਕੋਸ਼ਿਸ਼ ਕੀਤੀ ਗਈ, ਕਿਉਂਕਿ ਉਹ RSS ਦੀ A ਤੇ B ਟੀਮ ਹੈ, ਦੋਵੇਂ ਪਲੇ ਕਰ ਰਹੇ ਆ। ਤੇ ਆਹ ਸੀਟਾਂ ਲੈ ਕੇ ਤੁਸੀਂ ਕਿਸੇ ਰਿਵਾਇਤੀ ਪਾਰਟੀ ਨਾਲ ਗੱਠਜੋੜ ਨਹੀਂ ਕਰੋਗੇ। ਬਿਲਕੁਲ ਆਪਣੀ ਪਾਰਟੀ ਦਾ ਵਰਚਸਵ ਜਿਹੜਾ ਹੈ ਉਹ ਵਿਧਾਨ ਸਭਾ ਦੇ ਵਿੱਚ ਹੀ ਕਾਇਮ ਰੱਖੋਗੇ, ਚਾਹੇ 2 ਸੀਟਾਂ ਆਣ, ਚਾਹੇ 4 ਆਣ, ਚਾਹੇ 30 ਆਣ, ਚਾਹੇ ਜ਼ਿਆਦਾ ਆਣ। ਤੁਸੀਂ ਕਿਸੇ ਪਾਰਟੀ ਨਾਲ ਗੱਠਜੋੜ ਨਹੀਂ ਕਰੋਗੇ। ਇਸ ਦਾ ਇੰਸ਼ੋਰੈਂਸ ਦਿੰਦੇ ਹੋ? ਹੁਣ ਸਾਡੇ ਕੋਲ ਤਾਂ ਅੱਜ ਵੀ ਇਹੋ ਜਿਹੇ ਬੰਦੇ ਕਹਿੰਦੇ ਆ ਵੀ ਫਿਰਦੇ ਆ, ਜਿਹੜੇ ਮਗਰ ਜਿਹੜੇ ਕਹਿੰਦੇ ਵੀ ਸਾਡੀ ਪਾਰਟੀ ਜੁਆਇਨ ਕਰ ਲੈਂਦੇ, ਅਸੀਂ ਤੁਹਾਨੂੰ ਇਹ ਦੇ ਦਿੰਦੇ, ਹੁਣ ਤੁਸੀਂ ਇਕੱਲੇ ਹੀ ਫਿਰਦੇ ਆ, ਤੁਹਾਡੇ ਨਾਲ ਕੀ ਕਰੋਗੇ, ਵੋਟਾਂ ਕਿਵੇਂ ਪੈਣਗੀਆਂ, ਤੁਹਾਨੂੰ ਤਾਂ ਐ ਹੋ ਜੂ, ਪੈਸੇ ਬਿਨਾਂ ਵੋਟਾਂ ਨਹੀਂ ਪੈਂਦੀਆਂ। ਇਹ ਵੀ ਕਿਹਾ ਜਾਂਦਾ ਹੈ ਗੰਦਲੀ ਸਿਆਸਤ ਦੇ ਵਿੱਚ ਕਈ ਵਾਰ ਇਸ ਤਰ੍ਹਾਂ ਦਾ ਪ੍ਰਚਾਰ ਸੁਣਨ ਨੂੰ ਮਿਲਦਾ ਹੈ ਕਿ ਸ਼ਰਾਬ ਲੈ ਕੇ, ਨੋਟ ਲੈ ਕੇ ਵੀ ਵੋਟਾਂ ਖਰੀਦੀਆਂ ਜਾਂਦੀਆਂ ਨੇ। ਇਹੋ ਜਿਹਾ ਕੋਈ ਅਨੁਭਵ ਸਾਂਝਾ ਕਰੋਗੇ? ਇਹੋ ਜਿਹਾ ਕੋਈ ਇਨਸੀਡੈਂਸ ਹੋਇਆ, ਕਿਸੇ ਨੇ ਮੰਗੀ ਸ਼ਰਾਬ ਜਾਂ ਨੋਟ? ਸਤਿ ਸ਼੍ਰੀ ਅਕਾਲ ਜੀ, ਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ। ਮੈਂ ਹਾਂ ਵਿਨਿਤ ਕਪੂਰ, ਔਰ ਇਸ ਵੇਲੇ ਅਸੀਂ ਮੌਜੂਦ ਹਾਂ ਵਿਧਾਨ ਸਭਾ ਹਲਕਾ ਮੋਹਾਲੀ ਵਿਖੇ। ਮੋਹਾਲੀ ਦੇ ਵਿੱਚ ਇੱਕ ਵੱਖਰੇ ਢੰਗ ਦੀ ਸਿਆਸਤ ਜਿਹੜੀ ਹੈ ਉਹ ਵੇਖਣ ਨੂੰ ਮਿਲ ਰਹੀ ਹੈ। ਰਿਵਾਇਤੀ ਪਾਰਟੀਆਂ ਵੱਖ-ਵੱਖ ਮਸਲਿਆਂ ਨੂੰ ਲੈ ਕੇ ਜਿੱਥੇ ਇੱਕ ਦੂਜੇ ਦੇ ਉੱਪਰ ਆਰੋਪ ਲਾ ਰਹੇ ਨੇ, ਉੱਥੇ ਇੱਕ ਪਾਰਟੀ ਇਹੋ ਜਿਹੀ ਵੀ ਹੈ ਜਿਹੜੀ ਲੋਕਾਂ ਦੇ ਵਿੱਚ ਵਿਚਰ ਰਹੀ ਹੈ, ਜਿਹੜੀ ਕਹਿ ਰਹੀ ਹੈ ਕਿ ਅਸੀਂ ਜੇਕਰ ਸਿਸਟਮ ਦੇ ਵਿੱਚ ਆਉਂਦੇ ਹਾਂ ਤੇ ਫਿਰ ਸਿਸਟਮ ਨੂੰ ਬਦਲਾਂਗੇ। ਜੀ ਬਿਲਕੁਲ, ਮੈਂ ਗੱਲ ਕਰ ਰਿਹਾ ਸੰਯੁਕਤ ਸਮਾਜ ਮੋਰਚੇ ਦੀ, ਜਿਹੜਾ ਪਹਿਲੀ ਵਾਰ ਪੰਜਾਬ ਦੀ ਜਿਹੜੀ ਰਿਵਾਇਤੀ ਪਾਰਟੀਆਂ ਉਸ ਨੂੰ ਚੋਣ ਅਖਾੜੇ ਦੇ ਵਿੱਚ ਚੁਣੌਤੀ ਦੇਣ ਲਈ ਚੋਣ ਮੈਦਾਨ ਦੇ ਵਿੱਚ ਉਤਰਿਆ। ਔਰ ਮੋਹਾਲੀ ਤੋਂ ਰਵਨੀਤ ਬਰਾੜ ਜਿਹੜੇ ਇਸ ਮੋਰਚੇ ਦੇ ਉਮੀਦਵਾਰ ਨੇ, ਉਹ ਵੀ ਸਾਡੇ ਨਾਲ ਨੇ। ਗੱਲਬਾਤ ਵੀ ਕਰਾਂਗੇ ਬਰਾੜ ਸਾਹਿਬ ਦੇ ਨਾਲ, ਲੇਕਿਨ ਪਹਿਲਾਂ ਤੁਹਾਨੂੰ ਤਸਵੀਰਾਂ ਵਿਖਾ ਦਿੰਦੇ ਹਾਂ। ਇੱਥੋਂ ਦੀਆਂ ਤਸਵੀਰਾਂ ਜਿਹੜੀਆਂ ਨੇ ਉਹ ਕੁਝ ਅਲੱਗ ਨਜ਼ਰ ਆਉਂਦੀਆਂ ਨੇ, ਕਿਉਂਕਿ ਜਿਸ ਢੰਗ ਦੇ ਨਾਲ ਕਿਸਾਨੀ ਸੰਘਰਸ਼ ਦੇ ਵਿੱਚ ਸੜਕਾਂ ਦੇ ਉੱਪਰ ਕਿਸਾਨ ਜਿਹੜੇ ਨੇ ਉਹ ਝੰਡੇ ਲੈ ਕੇ ਨਜ਼ਰ ਆਉਂਦੇ ਸੀ ਔਰ ਆਪਣੀ ਗੱਲ ਜਿਹੜੀ ਹੈ ਲੋਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਸੀ, ਅੱਜ ਵੀ ਕੁਝ ਇਸੇ ਤਰ੍ਹਾਂ ਦਾ ਪ੍ਰਚਾਰ ਹੋ ਰਿਹਾ। ਸੜਕ ਦੇ ਇੱਕ ਕਿਨਾਰੇ ਬੈਠੇ ਹੋਏ ਨੇ ਕਿਸਾਨ, ਨਾਲੋਂ ਨਾਲ ਉਹਨਾਂ ਦਾ ਲੀਡਰ ਆਇਆ, ਆਪਣੀ ਗੱਲਬਾਤ ਰੱਖੀ, ਲੇਕਿਨ ਸਵਾਲ ਵੀ ਹੋਏ ਔਰ ਕਾਫੀ ਤਿੱਖੇ ਸਵਾਲ ਹੋਏ। ਬਰਾੜ ਸਾਹਿਬ, ਸਵਾਲ ਆਪਣੇ ਵੀ ਕਰਦੇ ਨੇ ਤੇ ਵਿਰੋਧੀ ਵੀ ਕਰਦੇ ਨੇ। ਸਪਸ਼ਟ ਲਫ਼ਜ਼ਾਂ ਦੇ ਵਿੱਚ ਕਹਿੰਦੇ ਨੇ ਕਿ ਜਿਹੜੇ ਆਗੂ, ਜਿਹੜੇ ਲੋਕ ਇੱਕ ਸੰਘਰਸ਼ ਦਾ ਹਿੱਸਾ ਸੀ, ਉਹ ਹੁਣ ਸਿਆਸੀ ਹੋ ਗਏ। ਤੇ ਅਸੀਂ ਵੀ ਆਗੇ ਨੇਤਾ ਜੀ ਪ੍ਰੋਗਰਾਮ ਲੈ ਕੇ ਅੱਜ ਤੁਹਾਡੇ ਕੋਲ ਪਹੁੰਚੇ ਹਾਂ। ਤੁਸੀਂ ਮੈਨੂੰ ਪਹਿਲਾਂ ਆਹ ਦੱਸੋ, ਤੁਸੀਂ ਨੇਤਾ ਹੋ ਜਾਂ ਹਜੇ ਵੀ ਇੱਕ ਸੰਘਰਸ਼ੀਲ ਵਿਅਕਤੀ ਹੋ? ਦੇਖੋ ਜੀ, ਮੈਂ ਤਾਂ ਸੰਘਰਸ਼ ਦੇ ਵਿੱਚੋਂ ਨਿਕਲਿਆ, ਆਮ ਪਰਿਵਾਰ ਦੇ ਵਿੱਚੋਂ ਨਿਕਲਿਆ, ਤੇ ਮੇਰੇ ਪਰਿਵਾਰ ਦੇ ਵਿੱਚ ਤਾਂ ਕੋਈ ਅਜੇ ਤੱਕ ਮੈਂਬਰ ਪੰਚਾਇਤ ਵੀ ਨਹੀਂ ਬਣਿਆ। ਮੈਂ ਨੇਤਾ ਨਹੀਂ, ਮੈਂ ਇਹਨਾਂ ਮਾਵਾਂ ਦਾ ਬੇਟਾ ਹਾਂ। ਮੈਂ ਕੋਈ ਨੇਤਾ ਨਹੀਂ, ਨਾ ਹੀ ਨੇਤਾ ਬਣਾਂਗੇ। ਸੰਘਰਸ਼ ਪਹਿਲਾਂ ਕਰਦੇ ਆਏ ਆ। ਅਸੀਂ ਉਹ ਲੋਕ ਆ ਜਿਹੜੇ ਦਰੀਆਂ ਵਿਛਾ ਕੇ
ਇਨਸਾਫ ਲੈ ਕੇ ਆਏ ਆ। ਤਾਂ ਜੇ ਅਸੀਂ ਵਿਧਾਨ ਸਭਾ ਦੇ ਵਿੱਚ ਹੁੰਦੇ, ਸਾਨੂੰ ਲੋੜ ਜਿੱਥੇ ਪਈ, ਤਾਂ ਸ਼ਾਇਦ ਇਹ ਕਾਲੇ ਬਿੱਲ ਨਾ ਹੀ ਆਉਂਦੇ, ਤਾਂ ਸ਼ਾਇਦ ਸਾਡੇ ਜਿਹੜੇ 750 ਦੇ ਕਰੀਬ ਸ਼ਹੀਦ ਹੋਏ ਆ ਸ਼ਾਇਦ ਉਹ ਨਾ ਹੁੰਦੇ। ਸੋ ਇਹ ਸਾਡਾ ਬਹੁਤ ਵੱਡੀ ਲੋੜ ਸੀ ਤਾਂ ਕਿ ਅੱਗੇ ਤੋਂ ਕੋਈ ਇਹੋ ਜਿਹੇ ਬਿੱਲ ਨਾ ਆਉਣ। ਜੇ ਅਸੀਂ ਉੱਥੇ ਰਿਪਰੈਜ਼ੈਂਟ ਕਰਾਂਗੇ, ਅੱਜ 10ਵੀਂ 8ਵੀਂ ਕਿਸੇ ਨੇ ਡਾਕਾ ਮਾਰਿਆ, ਕਿਸੇ ਤੇ ਪਰਚਾ, ਕਿਸੇ ਨੇ ਲੋਕਾਂ ਨੂੰ ਠੱਗਿਆ, ਕੋਈ ਫਲੈਟਾਂ 'ਚ ਖਾ ਗਿਆ, ਕੋਈ ਆਪਦੇ ਰਿਸ਼ਤੇਦਾਰਾਂ ਨੂੰ ਅੱਗੇ ਲਿਆਇਆ, ਜੇ ਉਹ ਜਾ ਕੇ ਉੱਥੇ ਬੈਠ ਸਕਦੇ ਆ ਤੇ ਸਾਡੇ ਵਰਗੇ ਆਮ ਬੰਦੇ ਕਿਉਂ ਨਹੀਂ? ਕਿਉਂ ਅਸੀਂ ਦਾਦੇ ਪੋਤੇ ਦੀ ਸਿਆਸਤ ਨੂੰ ਅੱਗੇ ਲਈ ਜਾਈਏ? ਇਸੇ ਲਈ ਅਸੀਂ ਅੱਗੇ ਆਏ ਆ, ਉਸ ਨੂੰ ਤੋੜਨਾ ਆਏ ਆ। ਤਾਂ ਜਦੋਂ ਕਹਿੰਦੇ ਹੁੰਦੇ ਆ ਪੈਸਾ ਸਾਰਾ ਕੁਝ ਨਹੀਂ ਹੁੰਦਾ, ਜਿਹੜਾ ਇਹਨਾਂ ਨੇ ਕਿਹਾ ਸੀ ਪੈਸੇ ਨਾਲ ਅੱਜ ਤੱਕ ਜਿੱਤਦੇ ਆਏ ਆ, ਇਸ ਵਾਰ ਇਹਨਾਂ ਨੂੰ ਦੱਸਾਂਗੇ ਵੀ ਜਦੋਂ ਲੋਕਾਂ ਦਾ ਏਕਾ ਹੋ ਜੇ ਨਾ, ਉਦੋਂ ਸਾਰੀਆਂ ਚੀਜ਼ਾਂ ਫਿੱਕੀਆਂ ਪੈ ਜਾਂਦੀਆਂ। ਯਾਨੀ ਰਿਵਾਇਤੀ ਪਾਰਟੀਆਂ ਨੂੰ ਮੰਜਾ ਲੈ ਕੇ ਚੁਣੌਤੀ ਦੇਣ ਦੀ ਕੋਸ਼ਿਸ਼ ਹੈ। ਦੇਖੋ ਜੀ, ਮੈਂ ਤਾਂ ਇਹ ਕਹਿਣਾ ਵੀ ਜਿਹੜੇ ਮੇਰੇ ਬਜ਼ੁਰਗ ਹੈ, ਮਾਵਾਂ ਹੈ, ਮੇਰੇ ਵੀਰ ਹੈ, ਭੈਣਾਂ ਹੈ, ਇਹਨਾਂ ਨੇ ਮੰਜਾ ਐਤਕੀ ਮੋਢਿਆਂ ਤੇ ਚੱਕ ਲੈਣਾ। ਤਾਂ ਜਿਹੜਾ ਉਹ ਲਈ ਫਿਰਦੇ ਆ, ਜਿਹੜਾ ਕੁਝ ਲਈ ਫਿਰਦੇ ਆ, ਦੇਖੋ ਅਸੀਂ ਇੱਕ ਗੱਲ ਦੱਸਦੇ ਆ, ਮੰਜਾ ਇੱਕ ਇਹੋ ਜਿਹਾ ਸਿੰਬਲ ਹੈ ਪੰਜਾਬ ਦਾ ਜਿਹੜਾ ਤੁਸੀਂ ਸਾਨੂੰ ਹਰ ਘਰ ਦੇ ਵਿੱਚ ਮੌਜੂਦ ਮਿਲੂਗਾ। ਆਪਣਾਪਨ ਲੱਗਦਾ ਕਿਉਂਕਿ ਅਸੀਂ ਉਸ ਮੰਜੇ ਤੇ ਆਪਦੇ ਬਜ਼ੁਰਗਾਂ ਨਾਲ ਦੁੱਖ ਸੁੱਖ ਕਰਦੇ ਹਾਂ ਬੈਠ ਕੇ। ਅਸੀਂ ਉਸ ਮੰਜੇ ਦੇ ਉੱਪਰ ਬੈਠ ਕੇ ਇਕੱਠਾ ਪਰਿਵਾਰ ਰੋਟੀ ਖਾਂਦਾ ਰਿਹਾ। ਅੱਜ ਜਿਹੜੇ ਵਖਰੇਵੇਂ ਹੋ ਗਏ, ਅੱਜ ਡਾਈਨਿੰਗ ਟੇਬਲ ਆ ਗਏ ਜਾਂ ਹੋਰ ਆ ਗਏ, ਦੂਰੀਆਂ ਵੱਧ ਗਈਆਂ। ਮੰਜੇ ਤੇ ਜਦੋਂ ਬਹਿ ਕੇ ਖਾਂਦੇ ਸੀਗੇ ਉਦੋਂ ਪਿਆਰ ਸੀ, ਆਪਣਾਪਨ ਜ਼ਿਆਦਾ ਸੀਗਾ, ਤੇ ਦੁਬਾਰਾ ਪਿਆਰ ਤੇ ਆਪਣਾਪਨ ਅਸੀਂ ਲੈ ਕੇ ਆਏ ਆ ਤੇ ਲੋਕਾਂ ਦੇ ਵਿੱਚ ਇਹੀ ਲੈ ਕੇ ਵਿਚਰ ਰਹੇ ਹਾਂ। ਲੇਕਿਨ ਚੁਣੌਤੀ ਕਿੰਨੀ ਵੱਡੀ ਵੇਖਦੇ ਹੋ? ਕਿਉਂਕਿ ਇਸ ਵੇਲੇ ਤੁਹਾਡੇ ਸਾਹਮਣੇ ਉਹ ਕੈਂਡੀਡੇਟ ਨੇ ਜਿਹੜੇ ਹੈਟ੍ਰਿਕ ਕਰ ਚੁੱਕੇ ਨੇ। ਉਹ ਕਹਿੰਦੇ ਇਸ ਹਲਕੇ ਦੇ ਵਿੱਚ ਮੇਰੀ ਹੈਟ੍ਰਿਕ ਹੋਊਗੀ, ਕਰੀਅਰ ਦੇ ਵਿੱਚ ਤੇ ਹੈਟ੍ਰਿਕ ਹੋਊਗੀ ਹੈ। ਉਹ ਕਹਿੰਦੇ ਮੈਂ ਤੀਜੀ ਵਾਰ ਇਸ ਹਲਕੇ ਤੋਂ ਚੋਣ ਜਿੱਤ ਕੇ ਵਿਧਾਨ ਸਭਾ ਜਾਂਦਾ ਨਜ਼ਰ ਆਊਂਗਾ। ਉਹ ਕਹਿੰਦੇ ਮੈਂ ਵਿਕਾਸ ਦਾ ਏਜੰਡਾ ਲੈ ਕੇ ਆਇਆ, ਕਰੋੜਾਂ ਰੁਪਇਆ ਮੈਂ ਵਿਕਾਸ ਦਾ ਇਸ ਹਲਕੇ ਦੇ ਵਿੱਚ ਲਾਇਆ। ਹੋਰ ਕਈ ਵੱਡੇ ਮਸਲੇ ਨੇ ਜਿਸ ਨੂੰ ਲੈ ਕੇ ਲੋਕਾਂ ਦੇ ਵਿੱਚ ਉਹ ਵਿਚਰਦੇ ਨਜ਼ਰ ਆ ਰਹੇ ਨੇ। ਕਿੰਨੀ ਵੱਡੀ ਚੁਣੌਤੀ ਹੈ? ਦੇਖੋ ਮੈਂ ਸਮਝਦਾ ਮੇਰੀ ਚੁਣੌਤੀ ਮੈਂ ਕਿਸੇ ਲੀਡਰ ਨਾਲ ਨਹੀਂ ਸਮਝਦਾ। ਮੇਰੀ ਚੁਣੌਤੀ ਬੇਰੁਜ਼ਗਾਰੀ ਹੈ, ਮੇਰੀ ਚੁਣੌਤੀ ਜਿਹੜਾ ਮਾੜਾ ਹੈਲਥ ਕੇਅਰ ਸਿਸਟਮ ਆ ਉਹ ਹੈ, ਮੇਰੀ ਚੁਣੌਤੀ ਜਿਹੜੀ ਪੂਅਰ ਐਜੂਕੇਸ਼ਨ ਸਿਸਟਮ ਹੈ ਉਹ ਹੈ, ਮੇਰੀ ਚੁਣੌਤੀ ਐਡਮਿਨਿਸਟ੍ਰੇਟਿਵ ਰਿਫਾਰਮਸ ਲਿਆਉਣੀਆਂ ਉਹ ਚੁਣੌਤੀ ਹੈ। ਮੈਂ ਨਹੀਂ ਦੇਖਦਾ ਵੀ ਮੇਰੇ ਸਾਹਮਣੇ ਕੌਣ ਹੈ, ਕਿਉਂਕਿ ਅਸੀਂ ਕਿਹੜਾ ਪੈਸੇ ਨਾਲ ਸਿਆਸਤ ਕਰਨ ਆਏ ਆ। ਮੈਨੂੰ ਇੱਕ ਕੋਈ ਕਹਿੰਦਾ 40 ਲੱਖ ਰੁਪਇਆ ਹੀ ਮਿਲਿਆ ਇਲੈਕਸ਼ਨ ਕਮਿਸ਼ਨ ਵੱਲੋਂ। ਮੈਂ ਕਿਹਾ ਜੀ ਹੋ ਸਕਦਾ ਅਸੀਂ 10 12 15 ਲੱਖ 'ਚ ਇਲੈਕਸ਼ਨ ਲੜ ਜਾਈਏ, ਜਿਹੜਾ ਬਾਕੀ 25 ਲੱਖ ਬਚਦਾ ਉਹ ਵੀ ਉਹਨਾਂ ਦੂਜੇ ਕੈਂਡੀਡੇਟ ਨੂੰ ਦੇ ਦਿਓ, ਕਿਉਂਕਿ ਉਹਨਾਂ ਨੇ ਤਾਂ ਕਹਿ ਰਹੇ 10 ਕਰੋੜ ਲਾਉਣਾ, 15 ਲਾਉਣਾ। ਅਸੀਂ ਪੈਸੇ ਨਾਲ ਜਿਹੜੀ ਸਿਆਸਤ ਹੁੰਦੀ ਸੀ ਉਹਨੂੰ ਤੋੜਨ ਆਏ ਆ। ਸੋ ਸਾਡੀਆਂ ਚੁਣੌਤੀਆਂ ਚਿਹਰਿਆਂ ਨਾਲ ਨਹੀਂ, ਸਾਡੀਆਂ ਚੁਣੌਤੀਆਂ ਜਿਹੜੀਆਂ ਮੈਂ ਤੁਹਾਨੂੰ ਦੱਸੀਆਂ ਉਹ ਹੈ। ਸਾਨੂੰ ਤਾਂ ਉਦੋਂ ਵੀ ਕਿਹਾ ਗਿਆ ਸੀ ਜਦੋਂ ਅੰਦੋਲਨ ਲੜਨ ਗਏ ਸੀ ਵੀ ਬੜੀ ਤਾਨਾਸ਼ਾਹ ਸਰਕਾਰ ਹੈ, ਬੜੀ ਤਕੜੀ ਸਰਕਾਰ ਹੈ, ਤੇ ਕੀ ਹੋਇਆ? ਐਂਡ ਆਫ ਦਾ ਡੇ ਕੀ ਹੋਇਆ? ਸਾਡੇ 750 ਵੀਰਾਂ ਨੇ ਸ਼ਹਾਦਤ ਦੇ ਕੇ, ਸਾਡੀਆਂ ਮਾਵਾਂ ਸਾਡੀਆਂ ਭੈਣਾਂ ਨੇ ਹਰ ਰੋਜ਼ ਅਰਦਾਸ ਕਰਕੇ, ਕਿਸੇ ਨੇ ਦਸਵਾਂ ਦਸੌਂਦ ਕੱਢ ਕੇ, ਕਿਸੇ ਨੇ ਆਪਦੀਆਂ ਟੂਮਾਂ ਵੀ ਉੱਥੇ ਦਿੱਤੀਆਂ, ਕਿਹਾ ਵੀ ਆਹ ਇੰਨੇ ਦੀ ਟੂਮ ਮੈਂ ਵੇਚ ਕੇ ਤੇ ਇੰਨੇ ਪੈਸੇ ਮਿਲੇ ਆ ਤੇ ਮੇਰਾ ਯੋਗਦਾਨ ਪਾ ਲਓ। ਜੇ ਇਹ ਕੁਛ ਲੋਕਾਂ ਨੇ ਕੀਤਾ, ਸਰਕਾਰ ਉਦੋਂ ਤਕੜੀ ਤਾਂ ਨਹੀਂ, ਉਦੋਂ ਤਕੜੇ ਬੰਦੇ ਤਾਂ ਨਹੀਂ ਜਿਹੜੇ ਇੱਥੇ ਖੜੇ ਆ। ਸੋ ਮੈਂ ਨਹੀਂ ਮੰਨਦਾ ਕਿਸੇ ਨਾਲ ਮੇਰੀ ਚੁਣੌਤੀ ਹੈਗੀ ਹੈ। ਲੇਕਿਨ ਦੂਜੇ ਪਾਸੇ ਸਵਾਲ ਵੀ ਆਹੀ ਲੋਕ ਕਰ ਰਹੇ ਨੇ। ਪ੍ਰਚਾਰ ਦੇ ਦੌਰਾਨ ਵੀ ਤੁਹਾਨੂੰ ਤਿੱਖੇ ਸਵਾਲ ਹੋਏ ਨੇ ਕਿ ਤੁਸੀਂ ਸੰਘਰਸ਼ ਦਾ ਹਿੱਸਾ ਸੀ, ਤੁਸੀਂ ਹੁਣ ਪਾਰਟੀ ਬਣਾ ਕੇ ਖੁਦ ਨੇਤਾ ਬਣ ਗਏ ਹੋ, ਤੇ ਇਹਨਾਂ ਲੋਕਾਂ ਨੂੰ ਇਨਸਾਫ ਕੌਣ ਦਿਵਾਊਗਾ? ਹਜੇ ਲੜਾਈ ਜਿਹੜੀ ਹੈ ਉਹ ਪੂਰੀ ਤਰ੍ਹਾਂ ਨਾਲ ਨਹੀਂ ਜਿੱਤੀ ਗਈ। ਹਜੇ ਕਈ ਮਸਲੇ ਬਾਕੀ ਹੈ, ਹਜੇ ਪੈਂਡਿੰਗ ਕੇਸਿਸ ਬਾਕੀ ਹੈ, ਹਜੇ ਜਿਹੜਾ ਕਹਿ ਸਕਦੇ ਹਾਂ ਫਸਲਾਂ ਦੀ ਕੀਮਤਾਂ ਨੂੰ ਲੈ ਕੇ ਜਿਹੜੀ MSP ਹੈ ਉਹ ਉਸ ਦਾ ਕਾਨੂੰਨ ਨਹੀਂ ਬਣਿਆ। ਹਜੇ ਕਹਿੰਦੇ ਲੜਾਈ ਅਧੂਰੀ ਸੀ ਤੇ ਉਸ ਲੜਾਈ ਨੂੰ ਛੱਡ ਕੇ ਤੁਸੀਂ ਸਿਆਸਤਦਾਨ ਬਣ ਗਏ। ਤੇ ਕਦੋਂ ਆਹ ਸਿਆਸਤਦਾਨ ਜਿਹੜੇ ਨੇ ਮੁੜ ਇਸ ਲੜਾਈ ਦਾ ਹਿੱਸਾ ਬਣ ਪਾਉਣਗੇ? ਕਿਉਂਕਿ SKM ਤੋਂ ਬਾਹਰ ਹੋ ਗਏ ਹੋ, ਹੁਣ ਰਾਜਨੀਤਿਕ ਪਾਰਟੀ ਬਣਾ ਕੇ ਲੋਕਾਂ ਦੇ ਵਿੱਚ ਵਿਚਰ ਰਹੇ ਹੋ। ਤੁਹਾਨੂੰ ਲੱਗਦਾ ਨਹੀਂ ਕਿ ਅੱਧ ਵਿਚਾਲੇ ਲੋਕਾਂ ਨੂੰ ਛੱਡਤਾ ਤੁਸੀਂ? ਦੇਖੋ ਪਹਿਲਾਂ ਤਾਂ ਇੱਕ ਗੱਲ ਅੰਡਰਸਟੈਂਡ ਕਰੋ, SKM ਤੋਂ ਅਸੀਂ ਬਾਹਰ ਨਹੀਂ ਹੋਏ। SKM ਨੇ 4 ਮਹੀਨਿਆਂ ਬਾਅਦ ਇੱਕ ਰਿਵਿਊ ਮੀਟਿੰਗ ਰੱਖੀ ਹੈ। ਉਸ ਤੋਂ ਬਾਅਦ ਉਹ ਰਿਵਿਊ ਕਰਨਗੇ, ਕਿਉਂਕਿ SKM ਦੇ ਵਿੱਚ ਉਹ ਲੀਡਰ ਆਲਰੇਡੀ ਹੈਗੇ ਆ, ਜੋਗਿੰਦਰ ਯਾਦਵ ਵਰਗੇ, ਕੱਕਾ ਵਰਗੇ, ਜਿਹੜੇ ਆਲਰੇਡੀ ਇਲੈਕਸ਼ਨ ਲੜਦੇ ਆ। ਸੋ ਅਸੀਂ ਕੋਈ ਨਵਾਂ ਕੰਮ ਨਹੀਂ ਕਰ ਰਹੇ। ਦੂਸਰੀ ਗੱਲ, ਜਿਹੜਾ ਕਿਸੇ ਨੂੰ ਅਸੀਂ ਛੱਡ ਕੇ ਨਹੀਂ ਤੁਰੇ, ਪਹਿਲਾਂ ਵੀ ਇਹਨਾਂ ਨਾਲ ਖੜੇ ਸੀ ਲੋਕਾਂ ਨਾਲ, ਅੱਜ ਵੀ ਲੋਕਾਂ ਨਾਲ ਖੜੇ ਆ। ਇੱਕ ਗੱਲ ਦੱਸੋ, ਇੱਕ ਤਾਂ ਮੈਂ ਆਮ ਕਿਸਾਨ ਵਾਂਗੂ ਜਾਂ ਆਮ ਲੋਕਾਂ ਵਾਂਗੂ ਦਰੀ ਵਿਛਾ ਕੇ ਇਨਸਾਫ ਮੰਗਦਾ, ਦੂਸਰੇ ਪਾਸੇ ਮੈਂ ਵਿਧਾਇਕ ਬਣ ਕੇ ਵਿਧਾਨ ਸਭਾ ਦੇ ਵਿੱਚ ਬੈਠਾ, ਉਦੋਂ ਇਨਸਾਫ ਵਧੀਆ ਦਵਾ ਸਕੂੰਗਾ ਕਿ ਦਰੀ ਵਿਛਾ ਕੇ? ਹਰ ਚੀਜ਼ ਕਨਸਟੀਟਿਊਸ਼ਨ ਦੀ ਆਪਣੀ ਰਾਈਟ ਹੈ, ਇਲੈਕਸ਼ਨ ਲੜਨਾ ਤੇ ਆਪਣਾ ਉੱਥੇ ਪਹੁੰਚਣਾ, ਵਿਧਾਨ ਸਭਾ ਦੇ ਵਿੱਚ ਜਾ ਕੇ ਜਿਹੜੇ ਵੀ ਮੁੱਦੇ ਹੱਲ ਨਹੀਂ ਹੋਏ ਉਹਨਾਂ ਨੂੰ ਹੱਲ ਕਰਾਵਾਂਗੇ। ਬਰਾੜ ਸਾਹਿਬ ਇਹ ਕਿਹਾ ਜਾਂਦਾ ਸਿਸਟਮ ਦੇ ਬਾਹਰ ਰਹਿ ਕੇ
ਸਿਸਟਮ ਨੂੰ ਬਦਲਣ ਦੀ ਜਿਹੜੀਆਂ ਗੱਲਾਂ ਕਰਦੇ ਨੇ ਨਾ, ਜਦੋਂ ਉਹ ਸਿਸਟਮ ਦਾ ਹਿੱਸਾ ਹੋ ਜਾਂਦੇ ਨੇ ਉਹ ਸਿਸਟਮ ਨਾਲ ਹੀ ਬਦਲ ਜਾਂਦੇ ਨੇ। ਬਿਲਕੁਲ ਉਹ ਬਦਲਦੇ ਆ ਜਿਨ੍ਹਾਂ ਨੇ ਆਪਦਾ ਪਰਿਵਾਰਵਾਦ ਪਾਲਣਾ ਹੋਵੇ, ਜਿਨ੍ਹਾਂ ਨੇ ਆਪਦੇ ਪਰਿਵਾਰ ਦੀ ਤਰੱਕੀ ਕਰਨੀ ਹੋਵੇ। ਜਿਹਨੇ ਖਾਣਾ ਕੀ ਹੁੰਦਾ ਜੀ, ਦੇਖੋ ਸਵੇਰ ਦਾ ਦੱਸਦਾ ਰੋਟੀ ਖਾ ਕੇ ਘਰੋਂ ਤੁਰ ਪਈਦਾ, ਨਾਲ ਦੁਪਹਿਰ ਦੀ ਰੋਟੀ ਲੈ ਲਈਦੀ ਹੈ, ਇੱਥੇ ਚਾਹ ਪੀ ਲਈ, ਠੀਕ ਹੈ। ਹੁਣ ਜਾ ਕੇ ਕਿਸੇ ਮਾਵਾਂ ਕੋਲੇ ਜਾਂ ਕਿਸੇ ਆਪਦੇ ਵੀਰ ਕੋਲੇ ਰੋਟੀ ਖਾ ਲਾਂਗੇ, 3 ਟਾਈਮ ਦੀ ਰੋਟੀ ਖਾਣੀ ਹੈ, 2 ਵਾਰੀ ਚਾਹ ਪੀ ਲਾਂਗੇ, ਇਸ ਤੋਂ ਵੱਧ ਮੈਂ ਕੀ ਖਾ ਲੂੰਗਾ। ਵੱਧ ਤੋਂ ਵੱਧ ਕੀ ਬੰਦਾ ਕਾਦੇ ਲਈ ਕਮਾਉਂਦਾ? ਆਪਦੇ ਬੱਚਿਆਂ ਲਈ। ਉਹ ਆਪਦੀ ਮਿਹਨਤ ਕਰਦੇ ਆ, ਖੇਤੀ ਕਰਦੇ ਆ, ਆਪਦਾ ਕੰਮ ਕਰਦੇ ਆ। ਹੋਰ ਕਿਹਦੇ ਲਈ ਜੋੜਨਾ? ਲੋਕਾਂ ਦੀਆਂ ਕਿਉਂ ਅੱਜ ਆਪਾਂ ਜਿਹੜੀਆਂ ਜੇਬਾਂ ਦੇ ਵਿੱਚ ਡਾਕੇ ਮਾਰਨ ਤੇ ਲੱਗੇ ਹੋਏ ਆ ਲੀਡਰ, ਉਹਨਾਂ ਨੂੰ ਕਿਉਂ ਨਹੀਂ ਰੋਕਣਾ? ਤੇ ਰੋਕਾਂਗੇ ਕਿਵੇਂ? ਜੇ ਐਂ ਚੱਲਦਾ ਰਿਹਾ, ਜੇ ਉਹੀ ਦਾਦੇ ਪੋਤੇ ਵਾਲੀ ਸਿਆਸਤ ਚੱਲਦੀ ਰਹੀ ਤਾਂ ਉਹੀ ਰਿਵਾਜ ਚੱਲਦੇ ਰਹਿਣੇ, ਕਿਉਂਕਿ ਉਹ ਕਰਦੇ ਆ ਇਨਵੈਸਟਮੈਂਟ। ਉਹਨਾਂ ਦਾ ਬਿਜ਼ਨਸ ਹੈ, ਪਹਿਲਾਂ ਇਨਵੈਸਟਮੈਂਟ ਕਰੋ, 5 ਸਾਲ ਉਹਦਾ ਪ੍ਰੋਫਿਟ ਖਾਓ। ਜਦੋਂ ਅਸੀਂ ਕੋਈ ਪੈਸਾ ਲਾਉਣਾ ਹੀ ਨਹੀਂ ਤੇ ਅਸੀਂ ਕਮਾ ਕੇ ਕਿੱਥੇ ਲੈ ਕੇ ਜਾਣਾ? ਮੇਰੇ ਤੇ ਕਿਹੜਾ ਕੋਈ ਬਰਡਨ ਆ ਵੀ ਮੈਂ 10 ਕਰੋੜ ਰੁਪਇਆ ਲਾਦਾ ਤੇ ਮੈਂ 10 ਕਰੋੜ ਰੁਪਇਆ ਉਦੋਂ ਬਾਅਦ ਕਮਾਉਣਾ ਜਾਂ ਮੈਂ ਕਿਸੇ ਤੋਂ ਮੰਗਿਆ ਉਹਨੂੰ ਦੇਣਾ। ਮੈਂ ਤਾਂ ਜਿਹੜਾ ਜਿੰਨਾ ਮੇਰਾ ਖਰਚਾ ਹੋਣਾ ਉਹ ਵੀ ਇੱਥੇ ਖੜੇ ਆ ਲੋਕ ਅਧਿਕਾਰ ਵਾਲੇ ਵੀਰ ਖੜੇ ਆ, ਜਾਂ ਮੇਰੇ ਹੋਰ ਰਿਲੇਟਿਵ ਖੜੇ ਆ, ਜਾਂ ਕੱਲ ਇੱਕ ਬੜਾ ਵਧੀਆ ਚੀਜ਼ ਲੱਗੀ ਮੈਨੂੰ। ਯੰਗ ਜਿਹਾ ਮੁੰਡਾ ਆਇਆ ਆਪਦੀ ਮਦਰ ਨੂੰ ਲੈ ਕੇ, ਕਹਿੰਦਾ ਬ੍ਰਦਰ ਮੈਂ ਨਾ ਤੁਹਾਨੂੰ ਮਿਲਣਾ ਚਾਹੁੰਦਾ ਸੀ। ਮੈਂ ਕਿਹਾ ਠੀਕ ਹੈ ਜੀ। ਕਹਿੰਦਾ ਮੈਂ ਨਾ ਕੰਟਰੀਬਿਊਟ ਕਰਨਾ, ਮੇਰੀ ਪਹਿਲੀ ਜੌਬ ਲੱਗੀ ਹੈ। ਮੈਂ ਕਿਹਾ ਯਾਰ ਵੀ ਤੂੰ ਕੰਟਰੀਬਿਊਟ ਕੀ ਕਰਦਾ? ਕਹਿੰਦਾ ਮੈਂ IIT ਦੇ ਵਿੱਚ ਮੇਰੀ ਜੌਬ ਲੱਗੀ ਹੈ। ਮੈਂ ਕਿਹਾ ਐਂ ਕਰ ਤੂੰ ਨਾ ਮਤਲਬ ਕਿ ਸਾਡਾ ਸੋਸ਼ਲ ਮੀਡੀਆ ਤੇ ਕਰਦੇ। ਕਹਿੰਦਾ ਨਹੀਂ ਜੀ ਆ ਮੈਂ 5100 ਲੈ ਕੇ ਆਇਆ ਤੇ ਮੇਰਾ ਵਿੱਚ ਪਵਾਓ ਯੋਗਦਾਨ। ਮੈਂ ਕਿਹਾ ਫਿਰ ਬ੍ਰਦਰ ਐਂ ਕਰ ਤੂੰ 1100 ਰੁਪਇਆ ਦੇ ਜਾ, 4000 ਰੁਪਇਆ ਲੈ ਜਾ। ਤੇ ਉਹ ਸਮਝ ਲਓ ਵੀ ਉਹਦੀ ਮਦਰ ਦੇ ਅੱਖਾਂ ਦੇ ਵਿੱਚੋਂ ਹੰਝੂ ਆ ਗਏ, ਕਿਉਂਕਿ ਆਮ ਲੀਡਰ ਕੀ ਕਰਦੇ ਵੀ ਜੋ ਆਇਆ ਚੱਕ ਕੇ ਰੱਖਿਆ, ਚਲੋ ਅਗਲਾ ਆਵੇ ਅਗਲਾ ਆਵੇ। ਅਸੀਂ ਬ੍ਰਦਰ ਇਹ ਚੀਜ਼ਾਂ ਨਹੀਂ ਕਰਨਾ, ਇਹਨੂੰ ਤੋੜਨਾ ਆਏ ਆ। ਜਿੰਨਾ ਚਿਰ ਆਮ ਬੱਚੇ, ਆਮ ਪਰਿਵਾਰਾਂ ਦੇ ਬੱਚੇ ਵਿਧਾਨ ਸਭਾ ਦੇ ਵਿੱਚ ਨਹੀਂ ਜਾਂਦੇ, ਜਿੰਨਾ ਚਿਰ ਆਪਾਂ ਇਸ ਚੀਜ਼ ਨੂੰ ਨਹੀਂ ਤੋੜਦੇ, ਉਹਨਾਂ ਚਿਰ ਆਪਾਂ ਕਿਵੇਂ ਕਹਿ ਸਕਦੇ ਆ ਵੀ ਅਸੀਂ ਬਾਹਰਲੀਆਂ ਕੰਟਰੀਆਂ ਜਿਹੜੇ ਸਾਡੇ ਬੱਚੇ ਜਾਂਦੇ ਉਹਨਾਂ ਨੂੰ ਰੋਕ ਸਕਾਂਗੇ? ਅੰਟਿਲ ਅਨਲੈਸ ਤੁਸੀਂ ਸਿਸਟਮ ਦੇ ਵਿੱਚ ਰਿਫਾਰਮਸ ਨਾ ਲਿਆਓਗੇ, ਤੁਸੀਂ ਆਪ ਚੰਗੇ ਨਾ ਬਣੋਗੇ, ਤੁਸੀਂ ਦੂਜੇ ਤੇ ਕਿਵੇਂ ਉਂਗਲ ਚੱਕ ਸਕੋਗੇ? ਉਹ ਕਿਉਂ ਨਹੀਂ ਹੁੰਦਾ? ਕਿਉਂਕਿ ਉਹ ਆਪ ਮੈਲੇ ਹੁੰਦੇ ਆ, ਦੂਜੇ ਨੂੰ ਕੁਝ ਕਹਿ ਨਹੀਂ ਸਕਦੇ। ਜਦੋਂ ਸਾਫ਼ ਸੁਥਰਾ ਅਕਸ ਲੈ ਕੇ ਜਾਵਾਂਗੇ ਨਾ, ਕੋਈ ਐ ਨਹੀਂ ਹੋਣਾ ਵੀ ਅਫਸਰ ਸਾਡੇ ਮੂਹਰੇ ਗੱਲ ਕਰ ਜੂਗਾ, ਕਿਉਂਕਿ ਉਹਨਾਂ ਨੂੰ ਪਤਾ ਹੈ ਨਾ ਇਹਨਾਂ ਨੇ ਖਾਣਾ ਤੇ ਨਾ ਖਾਣ ਦੇਣਾ। ਲੇਕਿਨ ਇਹ ਵੀ ਗੱਲਾਂ ਹੁੰਦੀਆਂ ਨੇ ਸਮਾਜ ਦੇ ਵਿੱਚ, ਜਾਂਦੇ ਆ ਜਦੋਂ ਲੋਕਾਂ ਦੇ ਵਿੱਚ ਵਿਚਰਦੇ ਆ, ਕਹਿੰਦੇ ਜਿਹੜਾ ਸੰਯੁਕਤ ਸਮਾਜ ਮੋਰਚਾ ਉਹ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਦਾ ਹੀ ਹਿੱਸਾ ਹੈ। ਇਸ ਤਰ੍ਹਾਂ ਦੀ ਗੱਲਾਂ ਵੀ ਲੋਕੀ ਕਰਦੇ ਹੋਏ ਨਜ਼ਰ ਆਉਂਦੇ ਨੇ। ਦੇਖੋ ਪਹਿਲੀ ਗੱਲ, ਇੱਕ ਗੱਲ ਅੰਡਰਸਟੈਂਡ ਕਰੋ, ਆਮ ਆਦਮੀ ਪਾਰਟੀ ਸਭ ਤੋਂ ਵੱਧ ਐਲੀਗੇਸ਼ਨਾਂ ਕੀਤੇ ਲਾ ਰਹੀ ਹੈ ਸਾਡੇ ਤੇ। ਕੇਜਰੀਵਾਲ ਆਪ ਮੰਨਿਆ ਵੀ ਸਾਡਾ ਵੋਟ ਬੈਂਕ ਟੁੱਟ ਰਿਹਾ ਹੈ। ਦੂਸਰੀ ਗੱਲ, ਸਾਡੀ ਪਾਰਟੀ ਪਹਿਲਾਂ ਹੀ ਰਜਿਸਟਰ ਹੋ ਜਾਣੀ ਸੀ, ਉਹਨਾਂ ਨੇ ਵਕੀਲ ਖੜੇ ਕਰਕੇ ਸਾਡੀ ਪਾਰਟੀ ਰਜਿਸਟਰ ਨਹੀਂ ਹੋਣ ਦਿੱਤੀ। ਸਾਡੇ ਲਈ ਨਵੀਆਂ ਚੀਜ਼ਾਂ ਸੀ, ਸਾਨੂੰ ਤਾਂ ਦਬਾਉਣ ਦੀ ਕੋਸ਼ਿਸ਼ ਕੀਤੀ ਗਈ, ਕਿਉਂਕਿ ਉਹ RSS ਦੀ A ਤੇ B ਟੀਮ ਹੈ, ਦੋਵੇਂ ਪਲੇ ਕਰ ਰਹੇ ਆ। ਕਿਉਂ ਸਾਡਾ ਨੋਮੀਨੇਸ਼ਨ ਦੇ ਲਾਸਟ ਦਿਨ ਪਾਰਟੀ ਰਜਿਸਟਰ ਹੁੰਦੀ ਹੈ? ਕਿਉਂ ਸਾਨੂੰ ਇੱਕ ਚੋਣ ਨਿਸ਼ਾਨ ਨਹੀਂ ਦਿੱਤਾ ਜਾਂਦਾ? ਮਤਲਬ ਇਹ ਚੀਜ਼ਾਂ ਵਿਚਾਰਨ ਵਾਲੀ ਗੱਲ ਹੈ, ਸੋਚਣ ਵਾਲੀ ਗੱਲ ਹੈ, ਕਿਉਂਕਿ ਅਸੀਂ ਮੁੱਦੇ ਪੰਜਾਬ ਦੇ ਉਠਾ ਰਹੇ ਹਾਂ। ਅਸੀਂ ਪਾਣੀਆਂ ਦਾ ਪੈਸਾ ਮੰਗ ਰਹੇ ਹਾਂ, ਅਸੀਂ ਉਹਨਾਂ ਤੋਂ 1000 2000 3000 ਤੇ ਜਿਹੜਾ ਸਾਡੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਆ, ਅਸੀਂ ਉਹਦੇ ਤੇ ਕੁਐਸਚਨ ਕਰ ਰਹੇ ਹਾਂ। ਜਲ ਬੋਰਡ ਦਾ ਚੇਅਰਮੈਨ ਹੈ ਰਾਘਵ ਚੱਡਾ, ਉਹਨੂੰ ਕਹੇ ਸਾਡੇ ਪਾਣੀਆਂ ਦੇ ਪੈਸੇ ਦੇਵੇ, ਉਦੋਂ ਬਾਅਦ ਪੰਜਾਬ 'ਚ ਆ ਕੇ ਗੱਲਾਂ ਕਰੇ। ਇੱਥੇ ਪ੍ਰੈਸ ਕਾਨਫਰੰਸਾਂ ਕਰਕੇ ਲੋਕਾਂ ਨੂੰ ਗੁੰਮਰਾਹ ਕਰਕੇ ਵੋਟਾਂ ਨਹੀਂ ਮਿਲਣੀਆਂ, ਕਿਉਂਕਿ ਲੋਕ ਉਜਾਗਰ ਹੋ ਚੁੱਕੇ, ਲੋਕ ਜਾਗ ਚੁੱਕੇ ਆ। ਲਾਸਟ ਟਾਈਮ ਕੀ ਹੋਇਆ ਸੀ, ਜਿੰਨੇ ਸਾਡੇ NRI ਵੀਰ ਹੈ ਉਹਨਾਂ ਨੇ ਆਪਦੀਆਂ ਜੇਬਾਂ ਦੇ ਵਿੱਚੋਂ ਪੈਸੇ ਕੱਢ ਕੇ ਆਪਦੀ, ਕਹਿੰਦੇ ਹੁੰਦੇ 10 ਦੀ ਕਿਰਤ ਜਿਹੜੀ ਉਹ ਕਰਦੇ ਦਿਨ ਪੋ ਰਾਤ, ਆਮ ਆਦਮੀ ਪਾਰਟੀ ਨੂੰ ਪੈਸੇ ਬਹੁਤ ਭੇਜੇ, ਸਾਰੇ ਲੁੱਟ ਕੇ ਖਾ ਗਏ। ਇਹ ਲੋਟੂਆਂ ਦਾ ਟੋਲਾ ਹੈ, ਇਹਨਾਂ ਤੋਂ ਪੰਜਾਬ ਨੂੰ ਬਚਾਉਣ ਆਏ ਆ। ਸਾਡੇ ਬੇਸ਼ੱਕ 22 ਦੇ ਵਿੱਚ ਬਚਾ ਲਈਏ, 24 ਦੇ ਵਿੱਚ ਬਚਾ ਲਈਏ, 27 ਦੇ ਵਿੱਚ ਬਚਾ ਲਈਏ, ਪਰ ਪੰਜਾਬ ਨੂੰ ਲੋਟੂਆਂ ਦੇ ਟੋਲੇ ਤੋਂ ਬਚਾਵਾਂਗੇ। ਇਸ ਗਾਰੰਟੀ ਦਿੰਦੇ ਹੋ ਕਿ ਮੰਨ ਲਓ ਤੁਹਾਡੀ ਪਾਰਟੀ ਨੂੰ, ਤੁਹਾਡੇ ਮੋਰਚੇ ਨੂੰ ਕੁਝ ਸੀਟਾਂ ਮਿਲ ਵੀ ਜਾਂਦੀਆਂ ਨੇ ਜੀ, ਤੇ ਆਹ ਸੀਟਾਂ ਲੈ ਕੇ ਤੁਸੀਂ ਕਿਸੇ ਰਿਵਾਇਤੀ ਪਾਰਟੀ ਨਾਲ ਗੱਠਜੋੜ ਨਹੀਂ ਕਰੋਗੇ? ਬਿਲਕੁਲ। ਆਪਣੀ ਪਾਰਟੀ ਦਾ ਵਰਚਸਵ ਜਿਹੜਾ ਹੈ ਉਹ ਵਿਧਾਨ ਸਭਾ ਦੇ ਵਿੱਚ ਹੀ ਕਾਇਮ ਰੱਖੋਗੇ, ਚਾਹੇ 2 ਸੀਟਾਂ ਆਣ, ਚਾਹੇ 4 ਆਣ, ਚਾਹੇ 30 ਆਣ, ਚਾਹੇ ਜ਼ਿਆਦਾ ਆਣ। ਤੁਸੀਂ ਕਿਸੇ ਪਾਰਟੀ ਨਾਲ ਗੱਠਜੋੜ ਨਹੀਂ ਕਰੋਗੇ, ਇਸ ਦਾ ਇੰਸ਼ੋਰੈਂਸ ਦਿੰਦੇ ਹੋ ਹੁਣ ਵੀ? ਬਿਲਕੁਲ ਦਿੰਦੇ ਆ ਜੀ। ਤੇ ਸਭ ਤੋਂ ਇੱਕ ਹੋਰ ਇੰਸ਼ੋਰੈਂਸ ਦੇਣਾ ਚਾਹੁੰਦਾ, 2 ਦਿਨਾਂ ਦੇ ਵਿੱਚ ਅਸੀਂ ਐਫੀਡੇਵਿਟ ਤੇ ਰਵਨੀਤ ਬਰਾੜ ਵੀ ਸਾਈਨ ਕਰੂਗਾ, ਡਾਕਟਰ ਸਵੈਮਾਨ ਦੇ ਵੀ ਨਾਲ ਸਾਈਨ ਕਰਾਉਂਗਾ। ਅਸੀਂ ਜਿਹੜੀਆਂ
20 ਚੀਜ਼ਾਂ ਕਮਿਟ ਕਰਾਂਗੇ ਉਹ ਕਰਾਂਗੇ। ਅਸੀਂ ਇਹੋ ਜਿਹਾ ਕੁਝ ਕਰਨ ਨਹੀਂ ਆਏ। ਅਸੀਂ ਕੋਈ ਸਾਡੇ ਕੋਲ ਤਾਂ ਅੱਜ ਵੀ ਇਹੋ ਜਿਹੇ ਬੰਦੇ ਕਹਿੰਦੇ ਆ ਵੀ ਫਿਰਦੇ ਆ ਜਿਹੜੇ ਮਗਰ ਜਿਹੜੇ ਕਹਿੰਦੇ ਵੀ ਸਾਡੀ ਪਾਰਟੀ ਜੁਆਇਨ ਕਰ ਲੈਂਦੇ, ਅਸੀਂ ਤੁਹਾਨੂੰ ਇਹ ਦੇ ਦਿੰਦੇ, ਹੁਣ ਤੁਸੀਂ ਇਕੱਲੇ ਹੀ ਫਿਰਦੇ ਆ, ਤੁਹਾਡੇ ਨਾਲ ਕੀ ਕਰੋਗੇ, ਵੋਟਾਂ ਕਿਵੇਂ ਪੈਣਗੀਆਂ, ਤੁਹਾਨੂੰ ਤਾਂ ਐ ਹੋ ਜੂ, ਪੈਸੇ ਬਿਨਾਂ ਵੋਟਾਂ ਨਹੀਂ ਪੈਂਦੀਆਂ। ਅਸੀਂ ਇਹ ਕੁਝ ਤੋੜਨ ਆਏ ਆ। ਅਸੀਂ ਇੱਕ ਨਵੀਂ ਸਿਆਸਤ ਕਰਨ ਆਏ ਆ। ਜੇ ਅਸੀਂ ਕਿਸੇ ਨਾਲ ਜੁੜਨਾ ਹੀ ਹੁੰਦਾ ਤਾਂ ਪਹਿਲਾਂ ਹੀ ਜੁੜ ਜਾਂਦੇ, ਬਾਅਦ ਚ ਕਿਉਂ ਜੁੜਨਾ। ਐਕਸਪੀਰੀਅੰਸ ਕਿਦਾਂ ਦਾ ਰਿਹਾ? ਤੁਸੀਂ ਹੁਣ ਸਿਆਸਤ ਦਾ ਹਿੱਸਾ ਬਣੇ ਹੋਏ ਹੋ, ਲੋਕਾਂ ਦੇ ਵਿੱਚ ਵਿਚਰ ਰਹੇ ਹੋ। ਐਕਸਪੀਰੀਅੰਸ ਕਿਦਾਂ ਦਾ? ਜਦੋਂ ਚੋਣ ਲੜਨ ਦਾ ਫੈਸਲਾ ਲਿੱਤਾ ਤਾਂ ਕਿਸ ਤਰ੍ਹਾਂ ਦਾ ਰਿਸਪੌਂਸ ਮਿਲਿਆ ਔਰ ਕੁਝ ਨਵਾਂ ਵੇਖਣ ਨੂੰ ਮਿਲਿਆ? ਕਿਉਂਕਿ ਕਹਿੰਦੇ ਆ ਨਾ ਕਿ ਜਦੋਂ ਕੋਈ ਚੋਣ ਲੜਦਾ ਹੈ ਨਾ, ਆਸ-ਪਾਸ ਦੇ ਕਈ ਲੋਕ ਵੀ ਉਸ ਕੋਲ ਆ ਕੇ ਖੜ ਜਾਂਦੇ ਨੇ। ਉਹ ਅਨੁਭਵ ਕੀ ਕਹਿੰਦਾ? ਦੇਖੋ, ਬੜਾ ਕੁਝ ਵੇਖਣ ਨੂੰ ਮਿਲਿਆ। ਬੜਾ ਕੁਝ ਇਹ ਮਿਲਿਆ ਵੀ ਜਦੋਂ ਤੁਸੀਂ ਕੋਈ ਚੰਗਾ ਅਕਸ ਲੈ ਕੇ ਜਾਂਦੇ ਹੋ ਨਾ ਕਿਸੇ ਪਰਿਵਾਰ ਕੋਲੇ, ਤਾਂ ਅਸੀਂ ਜਦੋਂ ਜਾ ਕੇ ਕਿਸੇ ਨੂੰ ਦੱਸਦੇ ਨਾ ਪਿੰਡ ਦੇ ਵਿੱਚ ਵੀ ਕਿਸਾਨਾਂ ਵੱਲੋਂ ਆਏ ਆ, ਤੇ ਉਹ ਪਹਿਲਾਂ ਤਾਂ ਮਾਤਾ ਵੇਖਦੀ ਹੈ। 2-3 ਜਗ੍ਹਾ ਇਹ ਹੋਇਆ ਵੀ ਮੇਰੀਆਂ ਅੱਖਾਂ 'ਚ ਪਾਣੀ ਆ ਗਿਆ, ਕਿਉਂਕਿ ਮਾਤਾ ਜਦੋਂ ਐ ਕਿਸਾਨਾਂ ਦਾ ਵੇਖ ਲੈਂਦੀ ਨਾ ਪੈਂਫਲੇਟ ਆਪਦੇ ਹਿੱਕ ਨਾਲ ਲਾ ਕੇ ਨਾ, ਕਹਿ ਦਿੰਦੀ ਸੀ ਬੇਟਾ ਬਸ ਵੀ ਇਦੋਂ ਉੱਤੇ ਕੁਝ ਨਹੀਂ, ਸਾਡੇ ਲਈ ਤਾਂ ਤੁਸੀਂ ਕਹਿੰਦੇ ਰੱਬ ਦਾ ਰੂਪ ਹੈ, ਤੁਸੀਂ ਬਹੁਤ ਵਧੀਆ ਸਟੈਪ ਲਿਆ, ਅਸੀਂ ਤੁਹਾਡੇ ਨਾਲ ਹੈ। ਜੇ ਕਹਿੰਦੇ ਨਾ ਸਟੈਪ ਲੈਂਦੇ ਤਾਂ ਸਾਡੇ ਨੌਜਵਾਨਾਂ ਨੂੰ ਜਿਹੜੇ ਨਸ਼ੇ ਦੇ ਵਿੱਚ ਢਕੇਲਤਾ ਸੀ, ਜਿਹੜਾ ਅੱਜ ਲੈਂਡ ਮਾਫੀਆ ਹਾਵੀ ਹੋ ਗਿਆ ਸੀ, ਜਿਹੜਾ ਪਿੰਡਾਂ ਦੀਆਂ ਪੰਚਾਇਤੀ ਜ਼ਮੀਨਾਂ ਨੱਪੀਆਂ ਗਈਆਂ, ਜਿਹੜਾ ਅੱਜ ਰਲ ਮਿਲ ਕੇ ਪਾਰਟੀਆਂ ਬਦਲ ਕੇ ਕਦੇ ਇਕੱਠੇ ਹੋ ਜਾਂਦੇ ਕਦੇ ਅੱਡ ਹੋ ਜਾਂਦੇ ਆ, ਉਹ ਚੀਜ਼ਾਂ ਉਵੇਂ ਹੀ ਹੋਈ ਜਾਣੀਆਂ ਸੀ। ਲੋਕਾਂ ਦੇ ਮਨਾਂ ਦੇ ਵਿੱਚ ਇੱਕ ਸਹਿਮ ਹੈ, ਮੋਹਾਲੀ ਦੇ ਵਿੱਚ ਖਾਸ ਕਰਕੇ। ਉਹ ਸਹਿਮ ਉਦੋਂ ਦੂਰ ਹੋਊਗਾ, ਲੋਕ ਚੁੱਪ ਬੈਠੇ ਆ ਜਦੋਂ ਵੋਟ ਪਾ ਕੇ ਚੰਗੇ ਅਕਸ ਵਾਲਾ ਲੈ ਕੇ ਆਉਣਗੇ, ਉਦੋਂ ਉਹ ਬਾਹਰ ਨਿਕਲ ਕੇ ਆਉਣਗੇ, ਉਹਨਾਂ ਨੂੰ ਖੁਸ਼ੀ ਮਿਲੂਗੀ। ਉਹ ਕਹਿੰਦੇ ਹੁੰਦੇ ਆ, ਇੱਕ ਉਹਨਾਂ ਨੂੰ ਬੰਨਿਆ ਹੋਇਆ, ਕਮਰੇ ਦੇ ਵਿੱਚ ਤਾੜਿਆ ਹੋਇਆ, ਡਰਾਇਆ ਹੋਇਆ, ਧਮਕਾਇਆ ਹੋਇਆ, ਕਿਉਂਕਿ ਜੇ ਉਹ ਮੇਰੇ ਨਾਲ ਫੋਟੋ ਵੀ ਵੇਖ ਲੈਂਦੇ, ਅਗਲੇ ਦਿਨ ਫੋਨ ਜਾ ਵੜਦਾ ਵੀ ਤੁਸੀਂ ਉਧਰ ਕੀ ਕਰਦੇ ਸੀਗੇ, ਅਸੀਂ ਤੁਹਾਡੇ ਤੇ ਪਰਚਾ ਕਰਾ ਦਿਆਂਗੇ। ਇਹੋ ਜਿਹਾ ਕੁਝ ਕਰੀ ਜਾਂਦੇ ਆ। ਸੋ ਸਿਆਸਤ ਜਿਹੜੀ ਕਹਿੰਦੇ ਆ ਨਾ ਗੰਦਲੀ, ਉਹ ਹੁਣ ਪਤਾ ਲੱਗਿਆ ਵਾਕਈ ਗੰਦਲੀ ਹੈ। ਪਰ ਇੱਕ ਕਹਿੰਦੇ ਹੁੰਦੇ ਆ ਵੀ ਜੇ ਤੁਸੀਂ ਗੰਦ ਨੂੰ ਸਾਫ਼ ਕਰਨਾ ਹੈ, ਉਹ ਟੋਏ ਦੇ ਵਿੱਚ ਛਾਲ ਮਾਰਨੀ ਪੈਣੀ ਹੈ। ਟੋਏ ਦੇ ਵਿੱਚ ਛਾਲ ਮਾਰੀ ਹੈ ਤਾਂ ਹੀ ਗੰਦ। ਇਹ ਵੀ ਕਿਹਾ ਜਾਂਦਾ ਹੈ ਗੰਦਲੀ ਸਿਆਸਤ ਦੇ ਵਿੱਚ ਕਈ ਵਾਰ ਇਸ ਤਰ੍ਹਾਂ ਦਾ ਪ੍ਰਚਾਰ ਸੁਣਨ ਨੂੰ ਮਿਲਦਾ ਹੈ ਕਿ ਸ਼ਰਾਬ ਲੈ ਕੇ, ਨੋਟ ਲੈ ਕੇ ਵੀ ਵੋਟਾਂ ਖਰੀਦੀਆਂ ਜਾਂਦੀਆਂ ਨੇ। ਇਹੋ ਜਿਹਾ ਕੋਈ ਅਨੁਭਵ ਸਾਂਝਾ ਕਰੋਗੇ? ਇਹੋ ਜਿਹਾ ਕੋਈ ਇਨਸੀਡੈਂਸ ਹੋਇਆ, ਕਿਸੇ ਨੇ ਮੰਗੀ ਸ਼ਰਾਬ ਜਾਂ ਨੋਟ? ਮੈਂ ਪਹਿਲਾਂ ਵੀ ਸ਼ੇਅਰ ਕੀਤਾ ਸੀ ਸਾਰੇ ਬਜ਼ੁਰਗਾਂ ਨਾਲ ਵੀ, ਜਿਸ ਦਿਨ ਕੈਂਡੀਡੇਚਰ ਅਨਾਉਂਸ ਹੋਇਆ 2 ਦਿਨ ਬਾਅਦ ਕਾਲ ਆਉਂਦੀ ਹੈ ਤੇ ਕਹਿੰਦੇ ਅਸੀਂ 400-500 ਜਣਾ ਹੀ ਤੁਹਾਨੂੰ ਜੁਆਇਨ ਕਰਨਾ ਚਾਹੁੰਦੇ ਹਾਂ, ਬੜਾ ਵਧੀਆ ਕੰਮ ਹੈ ਤੁਹਾਡਾ। ਅਸੀਂ ਮੈਂ ਕਿਹਾ ਚਲੋ ਵਧੀਆ, ਥੈਂਕ ਯੂ ਜੀ। ਮੈਂ ਕਿਹਾ ਆਫਿਸ ਆ ਜਾਓ, ਮੀਟਿੰਗ ਕਰ ਲੈਂਦੇ ਹਾਂ। ਕਹਿੰਦੇ ਜੀ ਚਲੋ ਉਹ ਤਾਂ ਕੱਲ ਆ ਜਾਾਂਗੇ, ਅੱਜ ਤੁਸੀਂ ਆ ਸਾਡੇ ਪ੍ਰਧਾਨ ਜੀ ਨਾਲ ਗੱਲ ਕਰੋ। ਚਲੋ ਪ੍ਰਧਾਨ ਜੀ ਨਾਲ ਗੱਲ ਕੀਤੀ। ਪ੍ਰਧਾਨ ਜੀ ਕਹਿੰਦੇ ਵੀ ਅੱਜ ਐਂ ਕਰੋ ਜੀ, ਅੱਜ ਇੱਕ ਵਾਰੀ 20 ਪੇਟੀਆਂ ਦੇ ਦਿਓ। ਮੈਂ ਕਿਹਾ ਬ੍ਰਦਰ ਮੈਂ ਸਮਝਿਆ ਨਹੀਂ 20 ਪੇਟੀਆਂ ਕਾਹਦੀਆਂ। ਕਹਿੰਦੇ ਐਂ ਕਰੋ ਆਰਸੀ ਦੀਆਂ ਦੇ ਦਿਓ, ਬਾਕੀ ਆਪਾਂ ਗੱਲ ਕਰ ਲਾਂਗੇ ਆ ਕੇ ਵੀ ਕੀ ਕਰਨਾ। ਸੋ ਮੈਂ ਉਹਨੂੰ ਇੱਕ ਹੀ ਗੱਲ ਕਹੀ, ਮੈਂ ਕਿਹਾ ਵੀ ਮੈਂ ਹੁਣ ਕਿਸੇ ਨੂੰ ਕੀ ਬੋਲਣਾ ਫੋਨ ਤੇ। ਮੈਂ ਕਿਹਾ ਵੀ ਤੁਸੀਂ ਸ਼ਾਇਦ ਬਲੌਕ ਗਲਤ ਦੇ ਵਿੱਚ ਨੰਬਰ ਲੈ ਲਿਆ ਤੇ ਗਲਤ ਫੋਨ ਕਰ ਲਿਆ। ਮੇਰੇ ਤੋਂ ਅੱਗੇ ਜਾਂਦੇ ਆ 2 ਦਫ਼ਤਰ ਉਦੋਂ ਆ, ਇੱਕ ਸੱਜੇ ਮੁੜੋਗੇ ਉਦੋਂ ਫਿਰ ਇੱਕ ਦਫ਼ਤਰ ਹੈ, ਉਹਨਾਂ ਕੋਲੇ ਜਾਓ। ਸ਼ਿਕਾਇਤ ਕਰਨਾ ਮੁਨਾਸਿਬ ਨਹੀਂ ਸਮਝਿਆ ਤੁਸੀਂ ਇਹੋ ਜਿਹੇ ਲੋਕਾਂ ਦੀ? ਦੇਖੋ ਮੈਂ ਤਾਂ ਸ਼ਿਕਾਇਤ ਕਰਨਾ ਮੁਸਾਫਿਰ, ਕਿਉਂਕਿ ਅਸੀਂ ਇੱਕੋ ਸ਼ਿਕਾਇਤਾਂ ਵਾਲੀਆਂ ਗੱਲਾਂ ਜਾਂ ਉਹਨੀਆਂ ਉਹ ਗੱਲਾਂ ਚੋਂ ਬਾਹਰ ਨਿਕਲ ਕੇ ਆਉਣਾ ਚਾਹੁੰਦੇ ਹਾਂ। ਮੈਂ ਤਾਂ ਲੋਕਾਂ ਦੀ ਕਚਹਿਰੀ ਦੇ ਵਿੱਚ ਇਹ ਗੱਲ ਰੱਖਤੀ ਤਾਂ ਕਿ ਜਿਹੜਾ ਮਾੜਾ ਅੰਸ਼ ਹੈ ਉਹ ਦੂਰ ਹੋ ਜੇ ਸਾਡੇ ਤੋਂ ਤੇ ਚੰਗੇ ਲੋਕ ਜੁੜਦੇ। ਅੱਜ ਤੁਸੀਂ ਦੇਖ ਰਹੇ ਹੋ ਜਿੰਨਾ ਇਹ ਖੜੇ ਆ, ਇਹ ਆਪਦੇ ਵਿੱਚ ਇੰਸਟੀਟਿਊਟ ਹੈ, ਹਰ ਬੰਦਾ ਇੱਕ ਇਹਨਾਂ ਦੇ ਹਰ ਦੇ ਨਾਲ 20-20, 50-50, 100-100 ਬੰਦਾ ਕਨੈਕਟਡ ਹੈ। ਤੇ ਇਹ ਉਹ ਬੰਦੇ ਆ ਜਿਹੜੇ ਹੱਕਾਂ ਲਈ ਲੜਦੇ ਆ, ਜਿਹੜੇ ਵਿਕਾਊ ਨਹੀਂ ਗੇ, ਜਿਹੜਿਆਂ ਨੂੰ ਪਤਾ ਵੀ ਇਨਸਾਫ ਜਦੋਂ ਇਕੱਠੇ ਹੋ ਜਾਂਦੇ ਉਦੋਂ ਮਿਲ ਜਾਂਦਾ। ਸੋ ਇਹੋ ਜਿਹੇ ਲੋਕ ਮੈਨੂੰ ਚਾਹੀਦੇ ਆ, ਮੈਨੂੰ ਉਹੋ ਜਿਹੇ ਲੋਕ ਨਹੀਂ ਨਾਲ ਚਾਹੀਦੇ। ਇੱਕ ਆਖਰੀ ਸਵਾਲ, ਕੱਲ ਕਿਹਾ ਜਾ ਰਿਹਾ ਹੈ ਐਸਐਸਐਮ ਜਿਹੜਾ ਹੈ ਆਪਣਾ ਮੈਨੀਫੈਸਟੋ, ਜਿਸ ਨੂੰ ਇਕਰਾਰਨਾਮਾ ਕਿਹਾ ਗਿਆ, ਉਹ ਲੋਕਾਂ ਦੇ ਵਿੱਚ ਲੈ ਕੇ ਆਊਗਾ। ਬਿਲਕੁਲ ਕਿ ਕੁਝ ਖਾਸ ਰਹੂਗਾ ਔਰ ਰਿਵਾਇਤੀ ਪਾਰਟੀਆਂ ਤੋਂ ਕਿੱਦਾਂ ਅਲੱਗ ਹੋਊਗਾ ਇਹ ਐਸਐਸਐਮ ਦਾ ਇਕਰਾਰਨਾਮਾ? ਦੇਖੋ ਮੈਨੂੰ ਉਹਦੇ ਬਾਰੇ ਡਿਟੇਲਸ ਨਹੀਂ ਪਤਾ। ਤਾਂ ਰਾਜੇਵਾਲ ਸਾਹਿਬ ਆ ਰਹੇ ਆ ਕੱਲ, ਪ੍ਰੈਸ ਕਾਨਫਰੰਸ ਕਰਨਗੇ, ਉਹਦੇ ਵਿੱਚ ਅਨਾਉਂਸ ਕਰਨਗੇ। ਤਾਂ ਮੈਨੂੰ ਵੀ ਮਾਰਨਿੰਗ ਪਤਾ ਲੱਗੂ, ਹੋ ਸਕਦਾ ਬਾਏ ਲੇਟ ਇਵਨਿੰਗ ਸਾਡੇ ਕੋਲੇ ਆ ਜੇ। ਸੋ ਜੇ ਉਹਦੇ ਗੋ ਥਰੂ ਹੋ ਕੇ ਫੇਰ ਹੀ ਪਤਾ ਲੱਗੂਗਾ। ਐਂਡ ਦੂਸਰੀ ਗੱਲ ਦੱਸਣਾ ਚਾਹੁੰਦਾ, ਅਸੀਂ ਮੋਹਾਲੀ ਲਈ ਇੱਕ ਸੈਪਰੇਟ ਮੈਨੀਫੈਸਟੋ ਲੈ ਕੇ ਆ ਰਹੇ ਹਾਂ, ਜਿਹੜਾ ਲੋਕਾਂ ਦੇ ਵਿੱਚੋਂ ਅਸੀਂ ਜਿਹੜੇ ਉਹਨਾਂ ਦੇ ਮੁੱਦੇ ਆ ਉਹਨਾਂ ਨੂੰ ਲੈ ਕੇ ਆ ਰਹੇ ਹਾਂ। ਇੱਕ ਸਭ ਤੋਂ ਨਵੇਕਲੀ ਚੀਜ਼ ਅਸੀਂ ਕਰਨ ਜਾ ਰਹੇ ਹਾਂ, ਹੋ ਸਕਦਾ ਬਾਕੀ ਹਲਕੇ ਵੀ ਅਡਾਪਟ ਕਰ ਲੈਣ। ਤੁਹਾਡੇ ਚੈਨਲ ਥਰੂ ਦੱਸਣਾ ਚਾਹੁੰਦਾ ਵੀ ਅਸੀਂ ਅਰਾਊਂਡ 120 ਜਾਂ 25 ਬੰਦਿਆਂ ਦੀ ਇੱਕ ਟੀਮ ਬਣਾਵਾਂਗੇ। ਹਰ ਸੈਕਸ਼ਨ ਲਵਾਂਗੇ ਸੋਸਾਇਟੀ ਦਾ, NGOs ਜਾਂ ਇੰਡਸਟਰੀ ਜਾਂ ਹੋਰ ਡਾਕਟਰਸ ਜਾਂ ਜਿਹੜੇ ਇੰਜੀਨੀਅਰ, ਸੋ ਦੈਟ ਜਿਹੜੇ
ਕਹਿੰਦੇ ਹੁੰਦੇ ਡਿਪਾਰਟਮੈਂਟ ਦਾ ਕੰਮ ਹੈ ਉਹ ਬੰਦੇ ਹੀ ਹੈਂਡਲ ਕਰਨ ਤੇ ਈਵਨ ਐਮਐਲਏ ਵੀ ਉਹਨਾਂ ਨੂੰ ਆਨਸਰੇਬਲ ਹੋਵੇ। ਕਾਈਂਡ ਆਫ ਐਮਐਲਏ ਦੇ ਉੱਪਰ ਇੱਕ ਕਮੇਟੀ ਬਣੂਗੀ, ਉਹਦੇ ਅੰਡਰ ਐਮਐਲਏ ਵਰਕ ਕਰੂਗਾ ਤਾਂ ਜਿਵੇਂ ਉਹ ਚਾਹਣਗੇ ਉਵੇਂ ਹੀ ਲੋਕਾਂ ਦੇ ਕੰਮ ਹੋਣਗੇ। ਕਿਉਂਕਿ ਕਈ ਇਹੋ ਜਿਹੇ ਮੁੱਦੇ ਆ ਜਿਹੜੇ ਐਜ਼ ਅ ਰਿਪਰੈਜ਼ੈਂਟੇਟਿਵ ਨਹੀਂ ਪਤਾ ਹੁੰਦੇ, ਪਰ ਜਦੋਂ ਲੋਕਾਂ ਦੇ ਵਿੱਚੋਂ ਆਪ ਖੁਦ ਨੁਮਾਇੰਦੇ ਆਉਣਗੇ ਉਦੋਂ ਲੋਕਾਂ ਨੂੰ ਪਤਾ ਹੁੰਦੇ। ਇੰਡਸਟਰੀ ਵਾਲਿਆਂ ਨੂੰ ਇੰਡਸਟਰੀ ਦੇ ਮੁੱਦੇ ਪਤਾ ਹੋਣਗੇ, ਜਿਹੜਾ ਕੋਈ ਸਿਵਲ ਸੁਸਾਇਟੀ ਦੇ ਵਿੱਚੋਂ ਆਇਆ ਉਹਨੂੰ ਉਹ ਪਤਾ ਹੋਣਗੇ, ਜਿਹੜੀਆਂ ਮੇਰੀਆਂ ਭੈਣਾਂ ਹੈ ਕੋਈ ਮਾਵਾਂ ਹੈ। ਪੋਲੀਟੀਕਲ ਪਾਰਟੀਆਂ ਨੇ ਵੀ ਵੱਖ-ਵੱਖ ਸੈੱਲ ਬਣਾਏ ਹੋਏ ਨੇ, ਇਸ 'ਚ ਡਿਫਰੈਂਟ ਕੀ ਹੋਊਗਾ? ਨਹੀਂ ਬਣਾਏ ਹੈ ਪਰ ਇੰਪਲੀਮੈਂਟ ਨਹੀਂ ਹੁੰਦਾ। ਅਸੀਂ ਉਹਨਾਂ ਨੇ ਉਹ ਕਿਵੇਂ ਬਣਾਉਂਦੇ ਆ, ਆਪ ਚੁਣਦੇ ਆ। ਅਸੀਂ ਚਾਹੁੰਦੇ ਆ ਵੀ ਲੋਕ ਆਪ ਅੱਗੇ ਆਉਣ, ਆਪ ਸੈੱਲ ਬਣਾਉਣ ਤੇ ਮੈਨੂੰ ਉਹਦੇ ਲਈ ਆਨਸਰੇਬਲ ਕਰਨ। ਜਿਹੜੇ ਉਹਨਾਂ ਦੇ ਕੰਮ ਹੈ ਮੈਂ ਨਾਲ ਜਾ ਕੇ, ਜਿਹੜੇ ਡਿਪਾਰਟਮੈਂਟ ਦੇ ਵਿੱਚ ਹੈ ਮੈਂ ਨਾਲ ਜਾਇਆ ਕਰੂੰ, 10 ਬੰਦੇ ਉਹ ਜਾਇਆ ਕਰਨਗੇ, 11ਵਾਂ ਮੈਂ ਜਾਇਆ ਕਰੂੰ, ਰਲ ਕੇ ਅਸੀਂ ਕੰਮ ਕਰਾਇਆ ਕਰਾਂਗੇ। ਇਹ ਨਹੀਂਗਾ ਵੀ ਇੱਕ ਨਾਮ ਦੇ ਨੁਮਾਇੰਦੇ। ਯਾਨੀ ਸਿੱਧੇ ਲਫ਼ਜ਼ਾਂ ਦੇ ਵਿੱਚ ਕਹੀਏ ਕਿ ਐਸਐਸਐਮ ਦਾ ਜਿਹੜਾ ਮੈਨੀਫੈਸਟੋ ਹੈ, ਜਿਸ ਨੂੰ ਇਕਰਾਰਨਾਮਾ ਕਿਹਾ ਗਿਆ, ਉਹ ਕਰਾਰ ਹੋਊਗਾ ਲੋਕਾਂ ਦੇ ਨਾਲ ਕਿ ਜਿਹੜੀਆਂ ਗੱਲਾਂ ਉਸ ਦੇ ਵਿੱਚ ਮੈਂਸ਼ਨ ਕੀਤੀਆਂ ਜਾਣਗੀਆਂ ਉਹ ਵਾਕਿਆ ਪੂਰੀਆਂ ਹੋਣਗੀਆਂ। ਬਿਲਕੁਲ। ਅੰਟਿਲ ਅਨਲੈਸ ਅਸੀਂ ਇਹ ਚੇਂਜ ਨਾ ਲੈ ਕੇ ਆਵਾਂਗੇ ਤਾਂ ਫਿਰ ਤਾਂ ਅਸੀਂ ਉਹੀ ਰਵਾਇਤੀ ਪਾਰਟੀਆਂ ਵਰਗੇ ਹੋ ਗਏ। ਸੋ ਸਾਡੀ ਸਭ ਤੋਂ ਪਹਿਲਾਂ ਇਹ ਚੀਜ਼ ਹੋਊਗੀ ਵੀ ਸਭ ਤੋਂ ਪਹਿਲਾਂ ਆਪਾਂ ਜਿਹੜੀਆਂ ਫਾਈਨੈਂਸ਼ੀਅਲ ਜਿਹੜੀਆਂ ਚੇਂਜਿਸ ਆ ਉਹਨਾਂ ਦੇ ਟਾਈਮ ਲੱਗਦਾ ਹੈ। ਐਡਮਿਨਿਸਟ੍ਰੇਟਿਵ ਚੇਂਜਿਸ ਆ ਉਹ ਆਪਾਂ ਜਲਦੀ ਲੈ ਕੇ ਆ ਸਕਦੇ ਹੁੰਦੇ ਆ। ਸਭ ਤੋਂ ਪਹਿਲਾਂ ਐਡਮਿਨਿਸਟ੍ਰੇਟਿਵ ਰਿਫਾਰਮਸ ਲੈ ਕੇ ਆਵਾਂਗੇ ਜਿਹੜੀਆਂ ਆਪਣੇ ਸੋ ਦੈਟ ਇੱਕ ਕੰਮ ਕਰਨ ਦਾ ਤਰੀਕਾ ਡਿਫਰੈਂਟ ਕਰੀਏ। ਸੋ ਉਹ ਪਹਿਲਾਂ ਲੈ ਕੇ ਆਵਾਂਗੇ। ਫਿਰ ਜਿਵੇਂ ਜਿਵੇਂ ਫੰਡਸ ਅਸੀਂ ਰੋਕਾਂਗੇ, ਜਿਹੜੀਆਂ ਉਹਨਾਂ ਦੀਆਂ ਮੋਰੀਆਂ ਥੱਲੇ ਕਿੱਥੇ ਜਾ ਰਹੇ ਆ ਉਹ ਬੰਦ ਕਰਕੇ ਖਜ਼ਾਨੇ ਨੂੰ ਭਰਨ ਦੀ ਕੋਸ਼ਿਸ਼ ਕਰਾਂਗੇ। ਜਿਹੜੇ ਸਾਡੇ ਅੱਜ ਬਜਰੀ ਰੇਤੇ ਤੋਂ 25,000 ਕਰੋੜ ਦਾ ਬਿਜ਼ਨਸ ਹੈ, ਖਜ਼ਾਨੇ ਦੇ ਵਿੱਚ 1200 ਤੋਂ 1500 ਕਰੋੜ ਆਉਂਦਾ, ਬਾਕੀ ਪੈਸੇ ਕਿੱਥੇ ਜਾਂਦੇ ਆ, ਉਹਨੂੰ ਬੰਦ ਕਰਕੇ ਖਜ਼ਾਨੇ ਦੇ ਵਿੱਚ ਲੈ ਕੇ ਆਵਾਂਗੇ। ਫਿਰ ਉਹਨੂੰ ਯੂਟਿਲਾਈਜ਼ ਕਰਾਂਗੇ ਲੋਕਾਂ ਲਈ। ਚਲੋ ਚਲਦੇ ਚਲਦੇ ਕਿਆ ਉਨ ਪਰਿਵਾਰਾਂ ਨੂੰ ਕੋਈ ਅਪੀਲ ਕਰਨਾ ਚਾਹੋਗੇ ਜਿਨ ਪਰਿਵਾਰਾਂ ਦੇ ਮੈਂਬਰ ਇਸ ਕਿਸਾਨੀ ਸੰਘਰਸ਼ ਦੇ ਵਿੱਚ ਸ਼ਹੀਦ ਹੋ ਗਏ? 750 ਤੋਂ ਵੱਧ ਕਿਸਾਨ, ਉਨ ਪਰਿਵਾਰਾਂ ਨੂੰ ਕੁਝ ਕਹਿਣਾ ਚਾਹੋਗੇ ਜਿਨ੍ਹਾਂ ਦੇ ਮੈਂਬਰ ਹਜੇ ਵੀ ਕੋਰਟ ਕਚਹਿਰੀਆਂ ਦੇ ਚੱਕਰ ਕੱਟਦੇ ਨਜ਼ਰ ਆ ਰਹੇ ਨੇ, ਜਿਨ੍ਹਾਂ ਦੇ ਖਿਲਾਫ ਪਰਚੇ ਦਰਜ ਨੇ, ਔਰ ਜਿਹੜੇ ਆ ਸਮਝਦੇ ਨੇ ਕਿ ਕਿਸਾਨ ਆਗੂਆਂ ਨੇ ਪਾਰਟੀ ਬਣਾ ਕੇ ਕਿਤੇ ਨਾ ਕਿਤੇ ਉਹਨਾਂ ਨਾਲ ਵਿਤਕਰਾ ਕੀਤਾ ਹੈ, ਉਹਨਾਂ ਦਾ ਸਾਥ ਦੇਣ ਦੀ ਲੋੜ ਸੀ? ਕਿਆ ਉਹਨਾਂ ਨੂੰ ਕੁਝ ਕਹਿਣਾ ਚਾਹੋਗੇ? ਬਿਲਕੁਲ। ਖਾਸ ਕਰ ਪਹਿਲਾਂ ਮੈਂ ਮੋਹਾਲੀ ਦੀ ਗੱਲ ਕਰਦਾ ਵੀ ਜਿਸ ਤੇ ਵੀ ਜੋ ਕਿਤੇ ਕੋਈ ਕੇਸ ਹੋਇਆ ਉਹ ਰਵਨੀਤ ਬਰਾੜ ਉਹਨਾਂ ਦੇ ਨਾਲ ਖੜਾ ਹੈ। ਜਿੱਥੇ ਜਿਹੜੇ ਕਿਤੇ ਜਾਣਾ ਪੈਂਦਾ, ਕੋਈ ਚਲਾਨ ਪੇਸ਼ ਹੁੰਦਾ ਜਾਂ ਕੁਝ ਵੀ ਹੁੰਦਾ, ਮੈਂ ਨਾਲ ਜਾਊਂਗਾ। ਮੈਂ ਜਿਹੜੇ ਪੁਲਿਸ ਆਫੀਸਰ ਆ ਹਾਇਰ ਰੈਂਕ ਉਹਨਾਂ ਨਾਲ ਗੱਲ ਕਰੂੰਗਾ। ਦੂਸਰੀ ਗੱਲ, ਜਿਹੜੇ ਸਾਡੇ ਸ਼ਹੀਦ ਹੋਏ ਆ ਉਹਨਾਂ ਪਰਿਵਾਰਾਂ ਨੂੰ ਇੱਕ ਗੱਲ ਕਹਿਣਾ ਚਾਹੂੰਗਾ ਵੀ ਨਾ ਤਾਂ ਅਸੀਂ ਤੁਹਾਡੇ ਤੋਂ ਵੱਖ ਹੋਏ ਆ ਕਿਉਂਕਿ ਅਸੀਂ ਉੱਥੇ ਇਕੱਠੇ ਰਹੇ ਆ। ਸਾਡਾ ਕਹਿੰਦੇ ਹੁੰਦੇ ਜਦੋਂ ਏਕਾ ਹੋ ਗਿਆ ਨਾ, ਜਿਹੜਾ ਪਾਰਟੀਆਂ ਨੇ ਤੋੜਿਆ ਸੀਗਾ, ਤੇ ਜੇ ਕੋਈ ਸ਼ਹੀਦ ਹੋਇਆ ਉਹ ਸਾਡੇ ਪਰਿਵਾਰਾਂ ਦੇ ਵਿੱਚੋਂ ਹੀ ਹੋਇਆ। ਜਿਹੜੇ ਇਸ ਹਲਕੇ ਦੇ ਵਿੱਚ ਸ਼ਹੀਦ ਹੋਏ ਆ, ਮੈਂ ਕੁਝ ਪਰਿਵਾਰਾਂ ਨੂੰ ਮਿਲ ਚੁੱਕਿਆ, ਬਾਕੀ ਪਰਿਵਾਰਾਂ ਨੂੰ ਵੀ ਮਿਲੂੰਗਾ ਤੇ ਮੈਂ ਕੋਸ਼ਿਸ਼ ਕਰੂੰਗਾ ਜੇ ਮੈਂ ਇੱਥੋਂ ਇਲੈਕਟ ਹੁੰਨਾ ਤੇ ਜਿਹੜੇ ਪਰਿਵਾਰਾਂ ਦੇ ਬੱਚੇ ਆ ਉਹਨਾਂ ਨੂੰ ਫ੍ਰੀ ਐਜੂਕੇਸ਼ਨ ਦੇਵਾਂਗਾ ਟਿਲ ਯੂਨੀਵਰਸਿਟੀ। ਕਿਵੇਂ ਕਰਾਂ, ਕਿਤੋਂ ਮੈਂ ਐਨਆਰਆਈਜ਼ ਦੀ ਹੈਲਪ ਲਵਾਂ, ਕੁਝ ਵੀ ਕਰਾਂ, ਸਿਵਲ ਸੁਸਾਇਟੀ ਤੋਂ ਹੈਲਪ ਲਵਾਂ, ਉਹਨਾਂ ਦੇ ਬੱਚਿਆਂ ਨੂੰ ਐਜੂਕੇਸ਼ਨ ਦੇ ਕੇ ਤੇ ਉਹਨਾਂ ਨੂੰ ਜੌਬ ਦਿਵਾਉਣ ਦੇ ਵਿੱਚ ਰਵਨੀਤ ਬਰਾੜ ਮਦਦ ਕਰੂਗਾ। ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਲਈ। ਸਤਿ ਸ਼੍ਰੀ ਅਕਾਲ ਜੀ। ਬਿਲਕੁਲ, ਦੇਖੋ ਰਿਵਾਇਤੀ ਪਾਰਟੀਆਂ ਨੂੰ ਟੱਕਰ ਦੇਣ ਲਈ ਜਿਸ ਢੰਗ ਦੇ ਨਾਲ ਸੰਯੁਕਤ ਸਮਾਜ ਮੋਰਚਾ ਦੀ ਤਰਫੋਂ ਮੰਜਾ ਲੈ ਕੇ ਹੁਣ ਚੋਣ ਪ੍ਰਚਾਰ ਕੀਤਾ ਜਾ ਰਿਹਾ, ਕੁਝ ਇੱਕ ਆਗੂ ਇਹੋ ਜਿਹੇ ਨੇ ਜਿਨ੍ਹਾਂ ਨੂੰ ਮੰਜੇ ਦਾ ਚੋਣ ਨਿਸ਼ਾਨ ਮਿਲਿਆ, ਹਾਲਾਂਕਿ ਕੁਝ ਇਹੋ ਜਿਹੇ ਵੀ ਨੇ ਜਿਨ੍ਹਾਂ ਨੂੰ ਕੁਝ ਡਿਫਰੈਂਟ ਚੋਣ ਨਿਸ਼ਾਨ ਮਿਲੇ ਨੇ, ਲੇਕਿਨ ਓਵਰਆਲ ਵੇਖਣ ਵਾਲੀ ਗੱਲ ਰਹੇਗੀ ਕਿ ਪੰਜਾਬ ਦੀ ਇਸ ਸਿਆਸਤ ਦੇ ਵਿੱਚ ਆ ਮੰਜਾ ਜਿਹੜਾ ਹੈ ਇਹ ਕਿਸ ਢੰਗ ਦੀ ਪਰਫਾਰਮੈਂਸ ਵਿਖਾਉਂਦਾ ਔਰ ਲੋਕਾਂ ਦਾ ਇਹਨਾਂ ਨੂੰ ਕਿਸ ਢੰਗ ਦਾ ਰਿਸਪੌਂਸ ਮਿਲਦਾ ਹੋਇਆ ਨਜ਼ਰ ਆਊਗਾ। ਕੈਮਰਾਮੈਨ ਆਨੰਦ ਦੇ ਨਾਲ ਵਿਨੀਤ ਕਪੂਰ, ਦੈਨਿਕ ਸਵੇਰਾ ਟੀਵੀ, ਮੋਹਾਲੀ।